अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, जिला कसूर में एक नामवर वकील को फायरिंग करके कत्ल कर दिया गया। कत्ल करने वाले कौन थे, वजह तनाजा क्या थी और पुलिस ने मुल्जमान को कैसे गिरफ्तार किया, ये बताएंगे आज के प्रोग्राम तफ्तीशी में। नाजरीन, इस वक्त हम थाना ए डिवीजन कसूर में मौजूद हैं, जहां पर असलम जोया नामी एडवोकेट को जिन मुल्जमान ने कत्ल किया है वो भी हमारे साथ ही मौजूद हैं। किस वजह से उसे कत्ल किया गया, क्या तनाज़ा था और किस तरह से ये कत्ल की वारदात हुई, इन्हीं की जुबानी आपको सुनाते हैं। हाँ भाई, की ना आए आजम आजम की करना है? आजम मेरे अलवेख जिम्मेदारी करना है। किथे किथे राजा जंग उच्ची बोलना थोड़ा। राजा जंग ते रहन वाले जलियाना जी, जलियाने दे रहन वाले हो, ठीक है। ते शादीशुदा है जी? शादीशुदा। किन्ने बच्चे? कोई बच्चा नहीं। कोई बच्चा नहीं। कदों हुई शादी? 2017। भैन भरा किन्ने? 4 भाई हैं, 2 भैन। 4 भाई 2 भैना। की तनाजा सी, क्यों मारते ही वकील नु? ਇਹ ਸਰ ਰਾਜਾ ਜੰਗ ਦਾ ਰਕਬਾ ਸੀ ਮਿਰਜ਼ਿਆਂ ਦਾ, ਸਲੀਮੁੱਲਾ, ਕਲੀਮੁੱਲਾ, ਫਹੀਮੁੱਲਾ। ਅੱਛਾ। ਇਹ ਸਰ ਪੂਰਾ ਰਕਬਾ ਰਾਜਾ ਜੰਗ ਦਾ ਉਹਨਾਂ ਦਾ ਸੀ। ਉਹਨਾਂ ਨੇ ਰਕਬਾ 80 ਦੇ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਸੀ, 1980 ਚ। ਅੱਛਾ, ਇਹ 3 ਲੋਗਾਂ ਨੇ? ਜੀ ਸਰ। ਸਲੀਮੁੱਲਾ, ਕਲੀਮੁੱਲਾ, ਹਸਾਨੁੱਲਾ। ਹਸਾਨੁੱਲਾ ਕੌਣ ਸੀ ਇਹ ਮਿਰਜ਼ੇ ਸਨ ਸਰ, ਇਹਨਾਂ ਨੂੰ ਰਕਬਾ ਇੰਡੀਆ ਤੋਂ ਲਾਟ ਹੋਇਆ ਸੀ ਇੱਧਰ। ਅੱਛਾ। ਇਹ ਸਰ 1988 ਦੇ ਵਿੱਚ ਖੁਸ਼ੀ ਮਾਛੀ ਸਾਡੇ ਪਿੰਡ ਦਾ ਸੀ, ਉਹਨੇ ਰਕਬਾ ਖਰੀਦਿਆ 40 ਏਕੜ ਉਹਨਾਂ ਕੋਲ। ਠੀਕ ਹੈ। ਜਿੰਨੇ ਚ 50 ਕਨਾਲ 10 ਮਰਲੇ ਦਾ ਇੱਕ ਇੰਤਕਾਲ ਖਾਰਜ ਹੋ ਗਿਆ ਸੀ। ਕਦੋਂ ਖਰੀਦਿਆ ਸੀ? 1988 ਚ। ਅੱਛਾ, 88 ਚ ਖਰੀਦਿਆ ਜੀ ਸਰ। ਠੀਕ ਹੈ। 1992 ਦੇ ਵਿੱਚ ਰਕਬਾ ਅਸੀਂ ਉਹਦੇ ਕੋਲ ਖਰੀਦ ਲਿਆ ਸੀ 40 ਏਕੜ, ਉਸ ਬੰਦੇ ਕੋਲੋਂ, ਖੁਸ਼ੀ ਮਾਛੀ ਕੋਲੋਂ, ਜਿੰਨੇ ਪਹਿਲੇ ਖਰੀਦਿਆ ਸੀ। ਠੀਕ ਹੈ। ਜਿੰਦੇ ਚ 34 ਏਕੜ ਰਜਿਸਟਰੀ ਕਲੀਅਰ ਸੀ, 6 ਕਿੱਲੇ ਰਜਿਸਟਰੀ ਉਹਦੀ ਇੰਤਕਾਲ ਖਾਰਜ ਹੋਇਆ ਸੀ, ਸਾਨੂੰ ਉਹਨੇ ਨਹੀਂ ਦੱਸਿਆ। ਰਕਬਾ ਕੰਪਿਊਟਰਾਈਜ਼ ਨਹੀਂ ਹੈਗਾ, ਹੱਥ ਦੀ ਲਹਾਈ ਦਾ। ਕਿੰਨੇ ਨਹੀਂ ਦੱਸਿਆ? ਉਹ ਜਿੰਨੇ ਵੇਚਿਆ? ਜੀ ਸਰ। ਖੁਸ਼ੀ ਮਾਛੀ ਨੇ ਨਹੀਂ ਖੁਸ਼ੀ ਦੱਸਿਆ? ਮਾਛੀ ਨੇ ਉਸ ਤਰ੍ਹਾਂ ਹੀ ਸਾਨੂੰ ਦੇ ਦਿੱਤਾ ਇਹਦਾ। ਅੱਛਾ। ਕੰਪਿਊਟਰਾਈਜ਼ ਰਕਬਾ ਨਹੀਂ ਹੈਗਾ ਇਹ ਸਰ। 88 ਤੋਂ ਲੈ ਕੇ ਹੁਣ ਤੱਕ ਜ਼ਮੀਨ ਅਸੀਂ ਬੀਜ ਰਹੇ ਹਾਂ, 40 ਏਕੜ ਜ਼ਮੀਨ। 40 ਏਕੜ? ਜੀ ਸਰ। ਕਿੰਨੇ ਲਿੱਤੀ ਸੀ? ਤੇਰੇ ਕਿੰਨੇ ਲਿੱਤੀ ਸੀ? ਦਾਦੇ ਨੇ? ਦਾਦਾ ਜੀ ਨੇ ਲਈ ਸੀ। ਅੱਛਾ, ਸਗੇ ਦਾਦੇ ਨੇ? ਜੀ ਸਰ, ਸਗੇ ਦਾਦਾ। ਅੱਛਾ। ਇਹ ਸਰ 2021 ਦੇ ਵਿੱਚ ਰਜਿਸਟਰੀ ਕਰਵਾਈ ਹੈ ਤਫੈਲ ਅਸਲਮ ਹੈ ਕੋਈ, ਅਸੀਂ ਉਹਨੂੰ ਨਹੀਂ ਜਾਣਦੇ। 2021 ਚ ਰਜਿਸਟਰੀ ਹੋਈ ਹੈ? ਜੀ ਸਰ। ਤਫੈਲ ਅਕਰਮ? ਜੀ। ਉਹ ਕੌਣ ਹੈ? ਤਫੈਲ ਅਸਲਮ ਅਸੀਂ ਨਹੀਂ ਜਾਣਦੇ। ਅੱਛਾ। ਅਸਲ ਮਾਲਕ ਨੇ ਮਿਰਜ਼ੇ, ਉਹ ਫੌਤ ਹੋ ਗਏ ਨੇ 2013 ਦੇ ਵਿੱਚ। ਠੀਕ ਹੈ। ਉਹਨਾਂ ਦੇ ਅਸਲ ਵਾਰਿਸ ਆਣ ਅੱਜ ਤੱਕ ਸਾਨੂੰ ਨਹੀਂ ਮਿਲੇ ਕਿ ਕਿੱਥੇ ਨੇ ਕਿੱਥੇ ਨਹੀਂ। ਸਹੀ ਹੈ। ਉਹ ਸ਼ੋ ਹੀ ਨਹੀਂ ਹੋਏ, ਨਾ ਸਾਹਮਣੇ ਆਏ ਨੇ। ਉਹ ਜਿਹੜਾ 50 ਕਨਾਲ 10 ਮਰਲੇ ਇੰਤਕਾਲ ਖਾਰਜ ਹੋਇਆ ਸੀ ਖੁਸ਼ੀ ਮਾਛੀ ਦਾ, ਇਹ ਪਟਵਾਰੀ ਨੇ ਕੋਈ ਰਿਪੋਰਟ ਦਿੱਤੀ, ਪਤਾ ਨਹੀਂ ਕਿਸ ਤਰ੍ਹਾਂ ਹੋਇਆ ਜਾਂ ਜਿਸ ਤਰ੍ਹਾਂ ਵੀ ਹੋਇਆ, ਇਹ ਉਹਨਾਂ ਨੇ ਵਿੱਚੋਂ 4.5 ਏਕੜ ਜ਼ਮੀਨ ਦਾ ਵਿਰਾਸਤ ਕਰਾਈ ਮਿਰਜ਼ਿਆਂ ਦੇ। ਅੱਛਾ। ਕਿ ਜਿਹੜੀ ਤਫੈਲ ਅਸਲਮ ਨੇ ਲੈ ਲਈ ਕਿ ਉਹ ਸਾਊਦੀ ਅਰਬ ਦਾ। ਤਫੈਲ ਅਸਲਮ? ਜੀ ਸਰ। ਅੱਛਾ। ਉਹ ਇਧਰ ਸ਼ੋ ਹੀ ਨਹੀਂ ਹੈਗਾ। ਠੀਕ ਹੈ। ਸਫਿਆਨ ਅਸਲਮ ਉਹਦਾ ਭਾਈ ਹੈ, ਮੁਖਤਿਆਰੇ ਆਮ ਹੈ ਉਹਦੇ ਕੋਲ। ਠੀਕ ਹੈ। ਮੁਖਤਿਆਰੇ ਆਮ ਤੇ ਉਹ ਸਾਨੂੰ ਮਿਲਿਆ, ਉਹਨੇ ਦਖਲ ਲਿਆ। ਮੁਖਤਿਆਰੇ ਆਮ ਤੇ ਜਾ ਕੇ ਉਹਨੇ ਪਹਿਲੀ ਜ਼ਮੀਨ ਵਾਹੀ ਹੈ ਜੀ। ਉਸ ਤੋਂ ਬਾਅਦ ਸਰ ਅਸਲਮ ਜੋਇਆ ਇਹਨਾਂ ਦੇ ਸਾਲੇ ਨੇ, ਤਫੈਲ ਅਸਲਮ ਤੇ ਸਫਿਆਨ ਅਸਲਮ। ਇਹ ਅਸਲਮ ਜੋਈਆ ਦੇ ਸਾਲੇ ਨੇ? ਜੀ ਸਰ। ਇਹ ਬਿਨੋਈ ਹੈ ਉਹਨਾਂ ਦਾ ਜਿਹਨੂੰ ਕਤਲ ਕੀਤਾ? ਜੀ ਜੀ। ਅੱਛਾ। ਤਫੈਲ ਅਸਲਮ ਜਿੰਦੇ ਨਾਮ ਰਜਿਸਟਰੀ 4.5 ਏਕੜ, ਉਹ ਅੱਜ ਤੱਕ ਸਾਹਮਣੇ ਆਇਆ ਹੀ ਨਹੀਂ ਵੀ ਉਹ ਕਿੱਥੇ ਹੈ। ਸਹੀ ਹੈ। ਮਿਰਜ਼ੇ ਜਿਹੜੇ ਨੇ ਜਿਨ੍ਹਾਂ ਦੇ ਥਰੂ ਉਹਨਾਂ ਨੇ ਖਰੀਦੀ ਹੈ, ਅੱਜ ਤੱਕ ਉਹ ਵੀ ਸਾਹਮਣੇ ਨਹੀਂ ਆਏ ਕਿੱਥੇ ਨੇ। ਠੀਕ ਹੈ। ਮਿਰਜ਼ਿਆਂ ਕੋ ਖਰੀਦੀ ਉਹਨਾਂ ਨੇ ਜਗ੍ਹਾ? ਜੀ ਸਰ। ਤੁਸੀਂ ਵੀ ਮਿਰਜ਼ਿਆਂ ਕੋ ਖਰੀਦੀ? ਅਸੀਂ ਵੀ ਮਿਰਜ਼ਿਆਂ ਕੋ। ਉਹੀ ਵਾਲੀ ਜਗ੍ਹਾ ਬਾਰ-ਬਾਰ ਖਰੀਦੀ ਹੈ? ਉਹ ਵਾਲੀ ਜਗ੍ਹਾ ਹੀ। ਪਹਿਲੇ ਤੁਸੀਂ ਖਰੀਦੀ ਫਿਰ ਉਹਨਾਂ ਨੇ ਖਰੀਦੀ? ਜੀ ਸਰ। ਸਾਡਾ ਇੱਕ ਇੰਤਕਾਲ ਖੁਸ਼ੀ ਦਾ ਨਹੀਂ ਸੀ ਹੋਇਆ। ਅੱਛਾ। ਜਿੰਦੀ ਵਜ੍ਹਾ ਤੋਂ ਉਹ ਪਿੱਛੇ ਮਤਲਬ ਮਿਰਜ਼ਿਆਂ ਦੀ ਬੋਲਦੀ ਸੀ ਕਿ ਅਸਲ ਜਿਹੜੇ ਮਾਲਕ ਸੀ ਉਹਨਾਂ ਦਾ ਵੇਚੀ ਸੀਗੇ, ਉਹਨਾਂ ਦੇ ਬੱਚੇ ਸੀ, ਉਹਨਾਂ ਦੇ ਥਰੂ ਉਹਨਾਂ ਵਿਰਾਸਤ ਕਰਵਾਈ ਹੈ ਕਿ ਜਿਹੜੇ ਅੱਜ ਤੱਕ ਸਾਹਮਣੇ ਹੀ ਨਹੀਂ ਆਏ। ਤਫੈਲ ਅਸਲਮ ਜਿਹਨੇ ਖਰੀਦੀ ਹੈ ਉਹ ਵੀ ਅੱਜ ਤੱਕ ਸਾਹਮਣੇ ਨਹੀਂ ਆਇਆ। ਸਫਿਆਨ ਅਸਲਮ ਨੇ ਮੁਖਤਿਆਰੇ ਆਮ ਤੇ ਦਖਲ ਲੈਣ ਵਾਸਤੇ ਆਇਆ। ਕੀ ਲੈਣ ਆਇਆ? ਦਖਲ ਲੈਣ ਵਾਸਤੇ ਆਇਆ ਮੁਖਤਿਆਰੇ ਆਮ ਤੇ। ਅੱਛਾ। ਕਿ ਨਾ ਵੇਚਣ ਵਾਲੇ ਅਸਲ ਮਾਲਕ ਸਾਹਮਣੇ ਨੇ, ਹਾਂ, ਨਾ ਖਰੀਦਣ ਵਾਲੇ ਅਸਲ ਮਾਲਕ ਸਾਹਮਣੇ ਨੇ। ਸਹੀ ਹੈ। ਮੁਖਤਿਆਰੇ ਆਮ ਤੇ ਸਫਿਆਨ ਅਸਲਮ ਹੀ ਸਾਹਮਣੇ ਹੈ ਬਸ। ਠੀਕ ਹੈ। ਫਿਰ ਉਸ ਤੋਂ ਬਾਅਦ ਸਰ ਅਸਲਮ ਜੋਈਏ ਨੇ ਮਿਰਜ਼ਿਆਂ ਦੀ ਤਰਫੋਂ ਸਾਡੀ ਦੂਸਰੀ ਰਜਿਸਟਰੀ ਜਿਹੜੀ 34 ਏਕੜ ਦੀ ਸੀ, ਇਸਤਕਰਾਰੇ ਹੱਕ ਕਰਾ ਦਿੱਤਾ ਉਹਦੇ ਤੇ।
ਅਸੀਂ ਉਹਨੂੰ ਇਹ ਗੱਲ ਕਹੀ ਕਿ ਸਾਡੇ ਨਾਲ ਤੂੰ ਜਿਸ ਤਰ੍ਹਾਂ ਵੀ ਨਿਬੜਨਾ ਨਿਬੜ ਜਾਓ। ਉਹਨੇ ਇਹ ਗੱਲ ਕਹੀ ਕਿ ਤੁਹਾਡੀ ਇੱਕ ਮਰਲਾ ਜ਼ਮੀਨ ਦਾ ਨਹੀਂ ਬਣਦੀ ਇੱਥੇ, ਤੁਹਾਡੀ ਰਜਿਸਟਰੀ ਸਾਰੀ ਜਾਲੀ ਹੈ। ਤੁਹਾਡੀ ਰਜਿਸਟਰੀ ਹੋਈ ਸੀ ਜੀ ਸਰ, ਅਸਲ ਸਾਡੀ ਰਜਿਸਟਰੀ ਹੈ, ਕਾਗਜ਼ਾਤ ਤੇ ਗਏ ਸੀ ਸਭ ਕੁਝ। ਅੱਛਾ ਸ਼ੌਕਿਆ ਠੀਕ ਹੈ। ਸਾਡਾ ਐਕਸ ਰਿਕਾਰਡ ਦੀ ਫਰਦ ਤੇ ਉਹ ਖਾਰਜ ਕਿਉਂ ਹੋ ਰਹੀ ਸੀ? ਕੀ ਮਸਲਾ ਸੀ? ਅਦਾਲਤੋਂ ਕੀ ਮਸਲਾ ਬਣਦਾ ਸੀ? ਉਹ ਸਾਰੇ ਨੇ ਇਸਤਕਰਾਰੇ ਹੱਕ ਕਰਾਇਆ ਸੀ ਕਿ ਜਿਹੜੇ ਅਸਲ ਮਾਲਕ ਸੀ ਉਹਦੇ ਸਾਹਮਣੇ ਨਹੀਂ ਸੀ ਆਉਂਦੇ। ਅੱਛਾ। ਇਹ ਇਸਲਾਮ ਜਰੀਏ ਦਾ ਉਹਦੇ ਤਲਕ ਵਾਸਤੇ ਹੀ ਨਹੀਂ ਸੀ ਆਇਆ ਕਿ ਜਿਹੜਾ ਇਹ ਜੋ ਕੁਝ ਕਰਦਾ ਸੀਗਾ ਇਹ ਅੱਗੇ ਆ ਕੇ ਮਤਲਬ ਕਰਦਾ ਸੀ। ਸਾਰੇ ਅੱਗੇ ਆ ਕੇ ਰਹਿ ਜੰਗ ਸਾਰੇ ਨੇ 72 ਘਰਾਂ ਨਾਲ ਰੌਲਾ ਪਾਇਆ ਜ਼ਮੀਨਾਂ ਦਾ। ਜ਼ਮੀਨ ਕਿਹੜੀ ਜਗ੍ਹਾ ਤੇ ਸੀ? ਰਹਿ ਜੰਗ ਰਾਜਾ ਜੰਗੀ ਸੀ। ਅੱਛਾ। ਰਾਜਾ ਜੰਗ 72 ਘਰਾਂ ਨਾਲ ਇਹਨੇ ਕੇਸ ਮੁਕੱਦਮਾ ਚਲਾਇਆ ਹੈ ਕਿ ਅਸਲ ਮਾਲਕ ਦੇ ਸਾਹਮਣੇ ਨਹੀਂ ਆ। ਘਰ ਬਣੇ ਹੋਏ ਸੀ ਤੁਹਾਡੇ? ਨਹੀਂ ਸਰ, ਸਾਡੀ ਜ਼ਮੀਨ ਹੀ ਹੈ, ਜ਼ਰਾਈ ਰਕਬਾ ਹੈ। ਅੱਛਾ, ਜ਼ਰਾਈ ਰਕਬਾ ਹੈ। ਠੀਕ ਹੈ। ਰਹਿ ਜੰਗ ਦੇ ਵਿੱਚ ਕੁਝ ਐਸੇ ਘਰ ਨੇ ਜਿਨ੍ਹਾਂ ਨਾਲ ਇਹਨੇ ਰੌਲਾ ਪਾਇਆ ਹੈ, ਉਹਨਾਂ ਦੇ ਵਿੱਚ ਘਰ ਬਣੇ ਨੇ। ਇੱਕ ਦੋ ਘਰਾਂ ਦੇ ਨੇ ਇੰਤਕਾਲ ਖਾਰਜ ਕਰਵਾਏ ਨੇ। ਅੱਛਾ। ਤੇ ਕੰਪਿਊਟਰਾਈਜ਼ ਰਕਬਾ ਨਹੀਂ ਹੈਗਾ। ਅਸੀਂ ਇਹਦੇ ਕੋਲ ਗਏ ਸਾਂ ਵੀ ਸਾਡੇ ਨਾਲ ਜਿਸ ਤਰ੍ਹਾਂ ਵੀ ਤੂੰ ਸੁਲ੍ਹਾ ਕਰਨੀ ਹੈ, ਜਿਸ ਤਰ੍ਹਾਂ ਵੀ ਨਿਬੜਨਾ ਚਾਹੁੰਦੇ ਨਿਬੜ ਜਾ। ਹੁਣ ਉਹ ਜ਼ਮੀਨ ਕਿਹਦੇ ਨਾਮ ਤੇ ਹੋਈ? ਪਹਿਲੇ ਤੇ ਦਾਦੇ ਨੇ ਲਿੱਤੀ ਨਾ, ਦਾਦੇ ਤੋਂ ਵਿਰਾਸਤ। ਦਾਦਾ ਜੀ ਨੇ ਬੱਚਿਆਂ ਦੇ ਨਾਮ ਹੀ ਕਰਵਾਏ ਸੀ ਸਾਰਿਆਂ ਦੇ, ਚਾਚੇ ਦੇ, ਚਾਚੇ ਦੇ, ਤਾਏ ਵਾਲਦ ਦੇ। ਜੀ ਵਾਲਦ ਹੈ ਤੇਰਾ? ਹੈ ਜੀ। ਅੱਛਾ ਠੀਕ ਹੈ। ਸਰ ਅਸਲ ਸਾਡੀ ਜ਼ਮੀਨ ਰਜਿਸਟਰੀ ਸੀ ਜਿਹਨੂੰ ਖਾਰਜ ਕਰਵਾਉਣਾ ਚਾਹ ਰਿਹਾ ਸੀ। ਅਸਲ ਮਾਲਕ ਸਾਹਮਣੇ ਨਹੀਂ ਸੀ ਆਉਂਦੇ ਕਿ ਜਿਹੜੇ ਮਿਰਜ਼ੇ ਸਨ। ਤੇ ਅਸੀਂ ਸੁਲ੍ਹਾ ਵਾਲੇ ਸਾਈਡ ਤੇ ਗਏ ਹਾਂ, ਕੋਈ ਮਾਮਲਾ ਤਾਂ ਹੱਲ ਨਹੀਂ ਹੋ ਰਿਹਾ ਸੀ। ਠੀਕ ਹੈ। ਤੇ ਜਿੰਦੀ ਵਜ੍ਹਾ ਤੋਂ ਇਹ ਸਾਨੂੰ ਵਾਅਦਾ ਕਰਨਾ ਪਿਆ। ਕੀ ਕਰਨਾ ਪਿਆ? ਕਤਲ ਕਰਨਾ ਪਿਆ? ਜੀ ਸਰ। ਹੈ ਜੀ ਸਰ। ਕਤਲ ਦੀ ਪਲੈਨਿੰਗ ਕਦੋਂ ਬਣਾਈ? ਕਿਹੜੇ ਹੱਕ ਦੀ ਖਾਤਰ? ਉਹ ਤੇ ਬਾਅਦ ਚ ਫੈਸਲਾ ਹੋਏਗਾ ਹੱਕ ਹੈ ਕਿ ਨਾ ਹੱਕ ਹੈ। ਪਲੈਨਿੰਗ ਕਿੰਜ ਬਣਾਈ ਕਤਲ ਦੀ? ਪਲੈਨਿੰਗ ਸਰ ਅਸੀਂ ਤਰੀਕ ਤੇ ਆਉਂਦੇ ਸੀ, ਮੈਂ ਹੀ ਤਰੀਕ ਤੇ ਆਉਂਦਾ ਸੀ, ਦੂਸਰਾ ਕੋਈ ਨਹੀਂ ਸੀ ਆਉਂਦਾ। ਕਦੇ ਦੂਸਰੇ ਭਾਈ ਹਰੇ ਨਾਲ ਆ ਜਾਂਦੇ ਹੁੰਦੇ ਸੀ। ਅੱਛਾ। ਇਹਨਾਂ ਇੱਕ ਸਾਡਾ ਪਰਚਾ ਕਰਾਇਆ ਸੀ ਨਜਾਇਜ਼ ਐਸਪੀ ਸਾਹਿਬ ਦੇ ਦਫ਼ਤਰ 'ਚੋਂ, ਕਬਜ਼ਾ ਗਰੁੱਪ ਹਵਾਈ ਫਾਇਰਿੰਗ, ਜਿੰਦੇ 'ਚ ਨਾਮਾਲੂਮ 13 ਬੰਦੇ 10 ਬੰਦੇ ਨਾਮਜ਼ਦ, ਜਿੰਦੇ 'ਚ ਕੋਈ ਮੌਜੂਦ ਨਹੀਂ ਸੀ ਹੈ। ਅੱਛਾ। ਸਫਿਆਨ ਅਸਲਮ ਨੇ ਮੁਖਤਿਆਰੇ ਆਮ ਤੇ ਇਹ ਪਰਚਾ ਕਰਵਾਇਆ ਸੀ ਕਿ ਨਾ ਕਿ ਮੌਕੇ ਤੇ ਸਫਿਆਨ ਅਸਲਮ ਆਇਆ ਸੀ ਤੇ ਨਜਾਇਜ਼ ਸਾਨੂੰ ਤੰਗ ਕਰ ਰਹੇ ਸਨ। 35 ਸਾਲ ਤੁਸੀਂ ਮਾਲਕ ਸਾਂ, ਕਾਬਜ਼ ਸਾਂ, ਜ਼ਮੀਨ ਅਸੀਂ ਬੀਜ ਰਹੇ ਸਨ, ਜਿੰਦੇ 35 ਸਾਲਾਂ ਬਾਅਦ ਨਾ ਅਸਲ ਮਾਲਕ ਸਾਹਮਣੇ। ਉਹ ਤੇ ਦੱਸਦੇ ਆ ਕਿੱਸਾ, ਓਕੇ ਹੋ ਗਿਆ, ਉਹਦਾ ਕੋਈ ਚੱਕਰ ਨਹੀਂ ਸੀ। ਅਸਲਮ ਜੋ ਆ ਇਹਦੀ ਪੈਰਵੀ ਕਰਦਾ ਸੀ ਸਾਹਮਣੇ ਆ ਕੇ। ਜਿਹਨਾਂ ਦੇ ਨਾਮ ਮੁਖਤਾਰੇ ਆਮ ਸੀ ਉਹ ਨਹੀਂ ਸਾਹਮਣੇ ਆਉਂਦੇ ਸੀ। ਇਹੀ ਕਹਿਣਾ ਮੁਖਤਾਰੇ ਆਮ ਵਾਲਾ ਸਾਹਮਣੇ ਆਉਂਦਾ ਸੀ, ਸੁਫਿਆਨ ਅਸਲ ਮਾਲਕ ਨਹੀਂ ਸੀ ਸਾਹਮਣੇ, ਉਹ ਨਹੀਂ ਸਾਹਮਣੇ ਆਉਂਦਾ ਸੀ। ਠੀਕ ਹੈ। ਤੇ ਇਹਨਾਂ ਨਾਲ ਗੱਲ ਹੋਈ? ਕਿਹਨਾਂ ਨਾਲ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲ ਕਰਨ ਦੀ? ਜਿਹੜਾ ਸਾਹਮਣੇ ਸੀ ਅਸਲਮ ਜੋ ਆ? ਪੂਰੀ ਕੋਸ਼ਿਸ਼ ਕੀਤੀ। ਸਾਡੇ ਨਾਲ ਤੁਸੀਂ ਜਿਸ ਤਰ੍ਹਾਂ ਵੀ ਨਿਬੜਨਾ ਚਾਹੁੰਦੇ ਹੋ ਨਿਬੜ ਜਾਓ। ਸਹੀ ਹੈ। ਲੈ ਦੇ ਕੇ ਕੋਈ ਪੈਸੇ ਲੈ ਲਓ, ਕੁਝ ਜਿਸ ਕਰ ਤਰ੍ਹਾਂ ਲਓ। ਵੀ ਚਾਹੁੰਦੇ ਹੋ। ਅਸੀਂ ਲਿਆਸ ਜੱਟ ਨੂੰ ਵੀ ਭੰਬਿਆਂ ਤੋਂ ਪਾਇਆ ਸੀ, ਇੱਥੇ ਮਲਕ ਤਾਰਕ ਐਸਐਚਓ ਸਾਹਿਬ ਹੈਗੇ ਨੇ, ਉਹਨਾਂ ਨੂੰ ਵੀ ਪਾਇਆ ਸੀ, ਪਰ ਉਹ ਕਿਸੇ ਗੱਲ ਦਾ ਨਿਆਂ ਨਹੀਂ ਸੀ ਦਿੰਦਾ। ਉਹ ਕਹਿੰਦਾ ਸੀ ਇਹਨਾਂ ਦੀ ਬਣਦੀ ਨਹੀਂ ਇੱਥੇ ਇੱਕ ਮਰਲਾ। ਅੱਛਾ। ਫਿਰ ਫਿਰ ਕਿੰਨੇ ਅਰਸੇ ਤੋਂ ਇਹ ਕੇਸ ਚੱਲ ਰਿਹਾ? ਇਹ ਸਾਲ ਹੋ ਗਿਆ ਸਾਡਾ। ਸਾਲ ਹੋ ਗਿਆ। ਠੀਕ ਹੈ। ਤੇ ਫਿਰ ਪਲੈਨਿੰਗ ਕਦੋਂ ਬਣਾਈ ਕਤਲ ਦੀ? ਪਲੈਨਿੰਗ ਸਰ ਅਸੀਂ ਜਿਸ ਟਾਈਮ ਮੈਂ ਤਰੀਕ ਤੇ ਆਉਂਦਾ ਸੀ, ਮੈਂ ਇਹ ਗੱਲ ਕਰਦਾ ਸੀ ਸਾਡੇ ਨਾਲ ਤੁਸੀਂ ਨਿਬੜ ਜਾਓ। ਉਹ ਨਹੀਂ ਸੀ ਇਹ ਗੱਲ ਤੇ ਆਉਂਦੇ। ਇਹ ਪਿਛਲਾ ਪਹਿਲੇ ਮਹੀਨੇ ਦੀ 25 ਤਰੀਕ ਤੋਂ ਪਲੈਨਿੰਗ ਮੈਂ ਬਣਾਈ ਸੀ ਵੀ ਇਹਦਾ ਕਿਸ ਤਰ੍ਹਾਂ ਮਾਮਲਾ ਹੈ। 30 ਤਰੀਕ ਨੂੰ ਸਾਡੀ ਤਰੀਕ ਸੀ, ਮੈਂ ਤਰੀਕ ਤੇ ਆਇਆ ਸੀਗਾ ਉੱਥੇ। ਫਿਰ ਇਹ ਵਕੂਆ ਨਹੀਂ ਵਕੂਆ ਨਹੀਂ ਹੋ ਗਿਆ। ਤੂੰ ਤੇ ਤਿਆਰੀ ਨਾ ਆਇਆ ਹੋਏਗਾ ਨਾ, ਪਿਸਤੌਲ ਸ਼ਸਤੌਲ ਲੈ ਕੇ ਨਾਲ। ਹੈ ਕੌਣ? ਹੀ ਹੱਥ ਕੜੀਆਂ ਲੱਗੀਆਂ ਦੂਸਰੇ ਨੂੰ, ਕਜ਼ਨ। ਇਹਨੂੰ ਵੀ ਕੀ ਹੋਣਾ? ਉਹ ਸਾਰਾ ਵਕੂਆ ਦੱਸ ਨਾ, ਸੁਣਾ। ਇਹ ਸਰ ਕਜ਼ਨ ਹੈ ਮੇਰਾ, ਰੈਵੰਡ ਰਹਿੰਦੇ ਨੇ ਪਿੱਛੋਂ ਪੱਤੋ ਕਿਤੇ ਨੇ 38 ਚੱਕ। ਅੱਛਾ। ਮੈਂ ਇਹਨਾਂ ਨੂੰ ਫੋਨ ਕੀਤਾ, ਰੈਂਟ ਤੇ ਗੱਡੀ ਲਈ ਮੈਂ ਪਹਿਲੇ। ਜਿਸ ਬੰਦੇ ਕੋਲ ਮੈਂ ਗੱਡੀ ਲਈ ਉਹਦੇ ਕੋਲ ਮੈਂ ਫੋਨ ਕੀਤਾ ਇਸ ਭਾਈ ਨੂੰ ਕਿ ਕਸੂਰ ਜਾਣਾ ਤਰੀਕ ਤੇ। ਅੱਛਾ। ਇਹਨੇ ਕਿਹਾ ਠੀਕ ਹੈ ਚਲੇ ਚੱਲਦੇ ਹਾਂ। ਕਿੰਨੇ ਕਜ਼ਨ ਨੇ ਕਿਹਾ? ਜੀ ਸਰ। ਅੱਛਾ। ਮੈਂ ਰੈਵਿੰਡੋ ਆਇਆ, ਇਹਨਾਂ ਨਾਲ ਭਾਇਆ ਪਿਸਟਲ ਮੇਰੇ ਕੋਲ ਪਹਿਲੇ ਹੈਗਾ ਸੀ 30 ਬੋਰ। ਇਹਨੂੰ ਦੱਸਿਆ ਕਤਲ ਕਰਨਾ? ਨਹੀਂ ਦੱਸਿਆ ਜੀ। ਇਹਨੂੰ ਬਸ ਕਿਹਾ ਤਰੀਕ ਤੇ ਜਾਣਾ? ਤਰੀਕ ਤੇ ਕਿਹਾ ਕਸੂਰ ਜਾਣਾ ਦਾ। ਅੱਛਾ। ਉਹ ਤੋਂ ਸਰ ਅਸੀਂ ਕਸੂਰ ਆ ਗਏ। ਗੱਡੀ ਬਾੜ ਮੈਂ ਪਾਰਕਿੰਗ ਦੇ ਅੱਗੇ ਲਾਈ ਹੈ। ਕਿਹੜੀ ਪਾਰਕਿੰਗ ਦੇ? ਇਹ ਮੇਨ ਦੇ ਉੱਤੇ ਕਚਹਿਰੀਆਂ ਦੇ ਬਾਹਰ। ਕਚਹਿਰੀ ਦੇ ਬਾਹਰ? ਜੀ ਜੀ। ਅੱਛਾ। ਕਚਹਿਰੀ ਥੜਾ ਮਾਰਿਆ ਪਹਿਲੇ? ਜੀ। ਅੱਛਾ। ਫਿਰ ਗੱਡੀ ਮੈਂ ਬਾਹਰ ਖੜੀ ਕਰਕੇ ਮੈਂ ਇਹਨੂੰ ਕਿਹਾ ਮੈਂ ਅੰਦਰ ਤਰੀਕ ਦਾ ਪਤਾ ਕਰ ਆਵਾਂ। ਮੈਂ ਅੰਦਰ ਚਲਾ ਗਿਆ ਤੇ ਅਸਲਮ ਸਾਹਿਬ ਮੈਨੂੰ ਮਿਲੇ ਨੇ ਉੱਥੇ। ਮਿਲੇ? ਜੀ। ਅੱਛਾ। ਮੈਂ ਇਹਨਾਂ ਨੂੰ ਵੇਖਿਆ ਵੀ ਅੰਦਰ ਹੀ ਨੇ। ਉਸ ਤੋਂ ਬਾਅਦ ਮੈਂ ਬਾਹਰ ਆ ਗਿਆ, ਮੇਨ ਗੇਟ ਤੇ ਮੈਂ ਖੜਾ ਰਿਹਾ। 4:45 ਵਜੇ ਬਾਹਰ ਨਿਕਲੇ ਨੇ। ਉਸ ਤਰ੍ਹਾਂ ਹੀ ਇਹ ਭਾਈ ਨੂੰ ਮੈਂ ਗੱਡੀ ਚਲਾਉਣ ਤੇ ਭਾਈਤਾ, ਮੈਂ ਪਿਛਲੀ ਸਾਈਡ ਤੇ ਪਿੱਛੇ ਬਹਿ ਗਿਆ। ਅੱਛਾ। ਅਸੀਂ ਇਹਨਾਂ ਦੇ ਪਿੱਛੇ ਉਸ ਤਰ੍ਹਾਂ ਹੀ ਚੱਲ ਪਏ ਹਾਂ। ਤਕਰੀਬਨ ਮੰਡੀ ਮੋੜ ਦੇ ਕੋਲ ਆ ਕੇ
ਮੋਟਰਸਾਈਕਲ ਤੇ ਜਾ ਰਹੇ ਸਨ। ਅੱਛਾ ਫੋਨ ਉਹਨਾਂ ਨੇ ਕੰਨ ਨਾਲ ਲਾਇਆ ਸੀ, 30 ਕੁ ਦੀ ਸਪੀਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ। ਮੈਂ ਉਸ ਤਰ੍ਹਾਂ ਹੀ ਗੱਡੀ ਉਹਦੇ ਕੋਲ ਜਾ ਕੇ ਇਹਨੇ ਸਲੋ ਕੀਤੀ, ਇਹਨੂੰ ਮੈਂ ਕਿਹਾ ਸਲੋ ਕਰ, ਤੇ ਮੈਂ ਸ਼ੀਸ਼ਾ ਖੋਲ ਕੇ ਉਸ ਤਰ੍ਹਾਂ ਹੀ ਫਾਇਰ ਕੀਤਾ ਤੇ ਉਹਨਾਂ ਨੂੰ ਸੱਜੀ ਸਾਈਡ ਤੇ ਲੱਗਾ। ਉੱਤਰ ਕੇ ਨਹੀਂ ਫਾਇਰ ਮਾਰਿਆ ਤੂੰ? ਉੱਤਰ ਕੇ ਨਹੀਂ ਮਾਰਿਆ। ਗੱਡੀ ਦੇ ਵਿੱਚ ਬਹਿ ਕੇ ਮਾਰਿਆ? ਗੱਡੀ 'ਚ ਮਾਰਿਆ। ਪਿੱਛੇ ਬੈਠਾ ਸੀ? ਪਿੱਛੇ ਮੈਂ ਬੈਠਾ ਕੈਲੰਡਰ 'ਚ। ਅੱਛਾ, ਕਿੱਥੇ ਫਾਇਰ ਮਾਰਿਆ? ਸੱਜੀ ਸਾਈਡ ਤੇ ਲੱਗਾ ਦਾ, ਇਹ ਅੱਗੋਂ ਮੈਨੂੰ ਨਹੀਂ ਸੀ ਪਤਾ ਕਿਹੜੀ ਜਗ੍ਹਾ ਤੇ ਲੱਗਾ। ਅੱਛਾ, ਅਸੀਂ ਉਸ ਤਰ੍ਹਾਂ ਗੱਡੀ ਰੋਕੀ ਨਹੀਂ, ਉਸ ਤਰ੍ਹਾਂ ਹੀ ਨਿਕਲ ਗਿਆ। ਫਾਇਰ ਮਾਰ ਕੇ ਨਿਕਲ ਗਿਆ? ਡਿੱਗਦੇ ਵੇਖਿਆ ਉਹਨੂੰ? ਫਾਇਰ ਵੱਜਿਆ, ਜ਼ਾਹਿਰੀ ਫਾਇਰ ਗੱਲ ਹੈ। ਲੱਗਾ, ਦਸਤੀ ਡਿੱਗ ਪਿਆ। ਉਸ ਤਰ੍ਹਾਂ ਹੀ ਅਸੀਂ ਪਿੱਛੇ ਵੀ ਨਹੀਂ ਵੇਖਿਆ, ਨਿਕਲ ਗਿਆ। ਅੱਛਾ, ਕਿੱਥੇ ਗਿਆ ਨਿਕਲ ਕੇ? ਮੈਂ ਵਾਪਸ ਆ ਗਿਆ ਜੀ ਜਲਿਆਣੇ। ਅੱਛਾ, ਫਿਰ ਉਸ ਤੋਂ ਬਾਅਦ ਨਾਮਲੂਮ ਪਰਚਾ ਹੋਇਆ 5 ਬੰਦਿਆਂ ਦਾ। ਅੱਛਾ, ਕਿ ਜਿੰਦੇ 'ਚ ਸਾਡੇ ਪਿੰਡ ਰਿੱਟ ਹੋਈ ਹੈ, ਕੋਈ ਬੰਦਾ ਨਹੀਂ ਸਾਡਾ ਫੜੀਚਾ। ਮਾਮਲਾ ਚੱਲਦਾ ਗਿਆ, ਜਿਸ ਤਰ੍ਹਾਂ ਉਹਨਾਂ ਦਾ ਜਿਹੜੇ ਘਰਾਂ ਨਾਲ ਰੌਲਾ ਸੀ, ਉਸ ਤਰ੍ਹਾਂ ਪੁਲਿਸ ਫੜਦੀ ਗਈ ਬੰਦਿਆਂ। ਕਿਹੜੇ ਘਰਾਂ ਨਾਲ ਰੌਲਾ ਸੀ? ਤੁਹਾਡੇ ਤੋਂ ਇਲਾਵਾ ਵੀ ਰੌਲਾ ਸੀ? ਜੀ ਸਰ, ਪੂਰੇ ਰਾਜਿਆਂ 'ਚ 72 ਘਰ ਸਨ ਜਿਨ੍ਹਾਂ ਨਾਲ ਰੌਲਾ ਸੀ। ਅੱਛਾ, ਤੁਹਾਡੀ ਕਿੰਨੀ ਜ਼ਮੀਨ ਸੀ ਵਿੱਚੋਂ ਤੇ ਉਹਨਾਂ ਦੀ ਕਿੰਨੀ ਸੀ? ਉਹਨਾਂ ਦਾ ਨਹੀਂ ਜ਼ਮੀਨ ਦਾ ਪਤਾ, ਰੌਲੇ ਦਾ ਪਤਾ ਸੀ ਵੀ ਰਾਜਿਆਂ ਵੀ ਉਹਨਾਂ ਦਾ ਰੌਲਾ ਸੀ। ਅੱਛਾ, ਉਹ ਪਹਿਲੇ ਉਹ ਫੜੇ ਗਏ? ਜੀ ਸਰ, ਪਹਿਲੇ ਉਹ ਫੜੇ ਚੜੇ। ਕਤਲ ਕਰਕੇ ਆ ਕੇ ਕੀ ਕੀਤਾ ਤੂੰ ਘਰ ਜਾ ਕੇ? ਮੈਂ ਉਸ ਤਰ੍ਹਾਂ ਗੱਡੀ ਰੈਂਟ ਤੇ ਲਈ ਸੀ ਸੜਕ ਤੇ। ਮੈਂ ਉਹ ਭਾਈ ਨੂੰ ਗੱਡੀ ਵਾਪਸ ਦਿੱਤੀ ਹੈ, ਮੈਂ ਘਰ ਚਲਾ ਗਿਆ। ਮੇਰੇ ਜਾਂਦਿਆਂ ਫੋਨ ਉੱਥੇ ਪਿੰਡ ਆ ਗਏ ਸਨ ਵੀ ਇਸ ਤਰ੍ਹਾਂ ਵਕੂਆ ਹੋ ਗਿਆ ਅਸਲਮ ਜਈਏ ਨਾਲ। ਮੈਂ ਕਿਸੇ ਨੂੰ ਕੁਛ ਨਹੀਂ ਦੱਸਿਆ। ਉਸ ਤੋਂ ਬਾਅਦ ਰੇਟ ਹੋਈ ਹੈ ਸਾਡੇ ਪਿੰਡ। ਰੇਟ ਹੋਈ ਕਿ ਰੇਡ ਹੋਈ ਪੁਲਿਸ ਦੀ ਰੇਟ ਹੋਈ ਜੀ। ਹਾਂ, ਕੋਈ ਮਤਲਬ ਬੰਦਾ ਨਹੀਂ ਸਾਡਾ ਫੜੀਚਾ। ਅੱਛਾ, ਤੁਸੀਂ ਈਜ਼ੀ ਰਹੇ? ਤੂੰ ਕਿਹਾ ਨਹੀਂ ਪਤਾ ਲੱਗਾ ਸਾਨੂੰ? ਨਹੀਂ ਪਤਾ ਕਿ ਅਸੀਂ ਕਤਲ ਕੀਤਾ? ਜੀ ਸਰ। ਠੀਕ ਹੈ, ਫਿਰ? ਉਸ ਤੋਂ ਬਾਅਦ ਸਰ ਕੁਝ ਦਿਨ ਪੈਂਦੇ ਗਏ, ਉਹ ਗੱਡੀ ਫੜੀ ਗਈ ਜਿਹੜੀ ਮੈਂ ਲੈ ਕੇ ਆਇਆ ਸੀ ਰੈਂਟ ਤੋਂ। ਹਾਂ, ਉਸ ਗੱਡੀ ਤੋਂ ਅਸੀਂ ਵੀ ਜਨਾਬ ਫੜੇ ਗਏ। ਉਹ ਗੱਡੀ ਪਹਿਲੇ ਫੜੀ ਗਈ? ਜੀ ਸਰ। ਅੱਛਾ, ਫਿਰ ਤੂੰ ਕਿੰਜ ਫੜਿਆ ਗਿਆ? ਸਰ ਗੱਡੀ ਫੜੀ ਗਈ ਜਿਸ ਟਾਈਮ, ਉਸ ਤਰ੍ਹਾਂ ਹੀ ਸਾਰੀ ਵੀਡੀਓ ਸਭ ਕੁਝ ਸਾਹਮਣੇ ਆ ਗਿਆ ਸੀ। ਉਹਦੇ ਵਿੱਚੋਂ ਪਤਾ ਲੱਗ ਗਿਆ? ਜੀ, ਉਹਦੇ 'ਚ ਪਤਾ ਲੱਗ ਗਿਆ। ਫਿਰ ਕਿੱਥੋਂ ਫੜਿਆ ਤੈਨੂੰ ਪੁਲਿਸ ਨੇ? ਇਹ ਸਰ ਪੁਲਿਸ ਦੀ ਰੇਟ ਹੋਈ ਸੀ ਇੱਥੇ ਕਸੂਰ 'ਚ। ਇੱਥੇ ਅਸੀਂ ਆਏ ਸੀ, ਪਤਾ ਚੱਲ ਗਿਆ ਸੀ ਇਹਨਾਂ ਨੂੰ। ਕਤਲ ਕਰਤਾ, ਤਸੱਲੀ ਨਾਲ ਘਰ ਜਾ ਕੇ ਬੈਠਾ ਰਿਹਾ, ਛਾਪੇ ਵੀ ਵੱਜਦੇ ਰਹੇ, ਦੂਸਰੇ ਜਿਹਨਾਂ ਨਾਲ ਤਨਾਜ਼ਾ ਚੱਲ ਰਿਹਾ ਸੀ, ਈਜ਼ੀ ਰਿਹਾ? ਜੀ। ਮਤਲਬ ਪਹਿਲੇ ਵੀ ਕਤਲ ਕਰਦਾ ਰਹਿਣਾ ਹੈ? ਨਹੀਂ ਸਰ, ਪਹਿਲਾ ਵਕੂਆ ਹੈ। ਪਹਿਲਾ ਵਕੂਆ? ਫਿਰ ਇੰਨਾ ਈਜ਼ੀ ਕਿੰਜ ਰਹਿ ਲਿਆ ਇੱਕ ਬੰਦੇ ਨੂੰ ਕਤਲ ਕਰਨ ਤੋਂ ਬਾਅਦ? ਬਸ ਸਰ, ਉਹਦਾ ਪਿੱਛਾ ਨਹੀਂ ਕੀਤਾ? ਮਤਲਬ ਉਹਨ ਤੇ ਉਹ ਡਿੱਗ ਪਿਆ, ਇੱਕ ਫਾਇਰ ਮਾਰਤਾ, ਖਦਸ਼ਾ ਵੀ ਤੇ ਹੋ ਸਕਦਾ ਉਹ ਜ਼ਿੰਦਾ ਹੋਵੇ। ਤਸਦੀਕ ਕਿੰਜ ਕੀਤੀ ਕਿ ਉਹ ਕਤਲ ਹੋ ਗਿਆ ਜਾਂ ਨਹੀਂ ਹੋਇਆ? ਤਸਦੀਕ ਨਹੀਂ ਕੀਤੀ, ਅਸੀਂ ਗੱਡੀ ਰੋਕ। ਅੱਛਾ, ਬਾਅਦ ਚ ਫੋਨ ਤੇ ਕਿਸੇ ਕੋ ਪੁੱਛਿਆ? ਕਿਸੇ ਕੋਲ ਨਹੀਂ ਪੁੱਛਿਆ, ਗੱਲ ਪੂਰੇ ਜ਼ਿਲ੍ਹੇ 'ਚ ਘੁੰਮ ਗਈ ਸੀ ਪਹਿਲੇ ਹੀ ਕਿ ਕਤਲ ਹੋ ਗਿਆ ਅਸਲਮ ਜੋਈਆ। ਸਹੀ ਹੈ। ਤੇ ਕੀ ਆਈਡੀਆ ਸੀ ਕਿ ਪਤਾ ਹੀ ਨਹੀਂ ਲੱਗੇਗਾ ਕਿੰਨੇ ਕਤਲ ਕੀਤਾ? ਨਹੀਂ ਸਰ, ਗੱਡੀ ਦਾ ਆਈਡੀਆ ਸੀ ਕਿ ਗੱਡੀ ਸਾਹਮਣੇ ਕੈਮਰਿਆਂ ਦੀ ਸ਼ੋਅ ਹੋਈ ਹੈ, ਸਾਹਮਣੇ ਮੈਂ ਕੈਮਰਿਆਂ 'ਤੇ ਖੜਾ ਹੋਇਆ ਆ ਕੇ ਕਿ ਪਤਾ ਚੱਲ ਹੀ ਜਾਣਾ ਸੀ, ਇਹ ਕੁਝ ਛੁਪਿਆ ਰਹਿਣਾ। ਅੱਛਾ, ਠੀਕ ਕਰਤਾ ਕਤਲ ਆਪਣੇ ਵੱਲੋਂ? ਹੱਕ ਦੀ ਖਾਤਰ ਅਸੀਂ ਆਪਣੀ ਕੋਸ਼ਿਸ਼ ਕੀਤੀ ਸੀ। ਹੱਕ ਦੀ ਖਾਤਰ ਕੋਸ਼ਿਸ਼ ਕੀਤੀ ਸੀ। ਤੇ ਉਹ ਅਦਾਲਤਾਂ, ਪੁਲਿਸ ਇਹ ਕਿਸ ਲਈ ਗਈ ਹੈ? ਹੱਕ ਦਿਲਾਉਣ ਵਾਸਤੇ ਨਹੀਂ ਹੈ ਸਰ। ਵਕੀਲ ਕਰਨਾ ਪੈਂਦਾ ਇਹਦਾ। ਅਸੀਂ ਇੱਕ ਵਕੀਲ ਕੀਤਾ ਸੀ। ਹਾਂ, ਉਹ ਡਾਇਰੈਕਟ ਉਹਨਾਂ ਨਾਲ ਮਿਲ ਗਿਆ ਸੀਗਾ ਕਿ ਸਾਡਾ ਖਰਚਾ ਵੀ ਕਾਫੀ ਹੋ ਗਿਆ ਸੀਗਾ ਕਿ ਜਿੰਦੀ ਹੱਦ ਤੇ ਕਰ ਸਾਨੂੰ ਵਕੀਲਾਂ ਦੇ ਮੁਤਮੈਨ ਨਹੀਂ ਸੀ ਹੈਗੇ ਸੀ। ਸਹੀ ਜੀ। ਤੁਹਾਡੀ ਕਿੰਨੇ ਹਿੱਸੇ ਚ ਆਈ ਜਗ੍ਹਾ ਤੇਰੇ ਵਾਲਦ ਦੇ? 11 ਏਕੜ। 11 ਏਕੜ? ਸਹੀ ਹੈ। ਉਹਦੇ ਵਿੱਚੋਂ 6 ਏਕੜ ਪਹਿਲੇ ਲੈ ਲਈ ਸੀ ਨਾ ਇਹਨਾਂ ਨੇ? 40 ਏਕੜ ਚ 4.5 ਏਕੜ ਜ਼ਮੀਨ ਦੇ ਨਾਲ ਰਜਿਸਟਰੀ ਕਰਵਾਈ ਸੀ, ਕਰਾ ਲਈ ਸੀ, ਵਿਰਾਸਤ ਕਰਾ ਕੇ ਮਿਲ ਜਾਵੇ। ਅੱਛਾ, ਬਾਕੀ ਕਿੰਨੇ ਏਕੜ ਦਾ ਚੱਲ ਰਿਹਾ? 34 ਏਕੜ ਸਾਡੀ ਜਿੰਦੇ ਦੇ ਨਾਲ ਤਕਰਾਰੇ ਹੱਕ ਕਰਵਾਇਆ ਸੀ। ਹਾਈਓ ਚੱਲ ਰਿਹਾ ਸੀ ਕੇਸ। ਸਹੀ। ਤੇ ਘਰ ਵਾਲਿਆਂ ਨੂੰ ਉਹਨਾਂ ਦੀ ਮਿਲੀ ਭਗਤ ਨਾਲ ਕਤਲ ਕੀਤਾ? ਚਾਚੇ ਨੂੰ ਦੱਸ ਕੇ, ਅੱਬੇ ਨੂੰ ਦੱਸ ਕੇ? ਨਹੀਂ ਸਰ, ਕਿਸੇ ਨੇ ਨਹੀਂ ਦੱਸਿਆ, ਆਪੇ ਹੀ ਕਤਲ ਕਰਤਾ ਜੀ। ਉਹ ਕਹਿੰਦਾ ਆਪ ਕਹਿੰਦੇ ਸੋਚ ਲਿਆ ਸਭ ਕੁਝ, ਇੰਨੀ ਜ਼ਿੰਮੇਵਾਰੀ ਇੰਨੀ ਜੀ ਉਮਰ ਚ ਕਹਿੰਦੇ ਲੈ ਲਈ? ਇਹ ਬਸ ਮੈਂ ਸ਼ੁਰੂ ਤੋਂ ਜ਼ਮੀਨ ਤੇ ਹੀ ਰਿਹਾ, ਜ਼ਿੰਮੇਦਾਰਾ ਕੀਤਾ, ਮਤਲਬ ਜ਼ੇਨ ਹਿਸਾਬ ਨਾਲ ਇੱਥੇ ਮੈਂ ਪਹਿਲੀ ਤੇ ਰਿਹਾ ਸ਼ੁਰੂ ਤੋਂ। ਜ਼ਮੀਨ ਨਾ ਰਹਿੰਦੀ ਤੇ ਫਿਰ ਮੈਂ ਸੋਚਿਆ ਵੀ ਜ਼ਿੰਦਗੀ ਦਾ ਕੀ। ਜ਼ਮੀਨ ਤੁਹਾਡੀ ਹੈ? ਜੀ ਸਰ, ਸਾਡੀ ਹੈ। ਹੁਣ ਕਤਲ ਕਰਤਾ ਤੇ ਹੁਣ ਤੁਹਾਡੀ ਹੈ ਸਰ? ਤੇ ਇਹ ਵੀ ਕੇਸ ਹੀ ਚੱਲ ਰਿਹਾ, ਇਹ ਕਿਹੜੀ ਤੁਹਾਡੀ ਚੱਲ ਰਿਹਾ? ਅਸਲ ਮਾਲਕ ਦੇ ਸਾਹਮਣੇ ਆਣ ਤੇ ਫੇਰ ਹੀ। ਹਾਂ, ਤੇ ਅਸਲ ਮਾਲਕਾਂ ਨੂੰ ਵੀ ਕਤਲ ਕਰੇਗਾ? ਨਹੀਂ ਸਰ, ਸਾਡੀ ਪਟਵਾਰੀ ਸਾਹਿਬ ਕੋਲ ਰਿਪੋਰਟ ਲੈ ਲਓ ਜਾ ਕੇ ਕਿ ਜ਼ਮੀਨ 'ਚ ਮਾਲਕ ਹੈ ਜਾਂ ਨਹੀਂ ਹੈ। ਨਹੀਂ, ਉਹ ਤੇ ਠੀਕ ਹੈ, ਅਸਲ ਮਾਲਕ ਵੀ ਆਣਗੇ ਸਾਹਮਣੇ, ਇਸੇ ਤਰੀਕੇ ਨਾਲ ਕਰਨਗੇ। ਉਹੀ ਕੇਸ ਕਰਵਾ ਰਹੇ ਨੇ ਨਾ ਫਿਲਹਾਲ ਤੇ। ਉਹ ਤੇ ਵਕੀਲ ਹੈਗਾ ਸੀ ਨਾ, ਉਹਨਾਂ ਦਾ ਭਾਵੇਂ ਰਿਸ਼ਤੇਦਾਰ ਹੈ, ਉਹਨਾਂ ਨੂੰ ਵੀ ਮਾਰੇਗਾ ਹੁਣ?
ਕਤਲ ਗਾਰਤ ਕਰੀ ਸਿਲਸਿਲਾ ਸ਼ੁਰੂ ਹੋ ਗਿਆ, ਮਤਲਬ ਹੁਣ ਹੁੰਦੇ ਰਹਿਣਗੇ ਕਤਲ। ਕਤਲ ਦੀ ਸਜ਼ਾ ਦਾ ਪਤਾ ਹੈ ਜੀ ਕੀ ਹੁੰਦੀ? ਕੀ ਹੁੰਦੀ? ਆਵਾਜ਼ ਨਹੀਂ ਆ ਰਹੀ। ਕੀ ਹੁੰਦੀ ਕਤਲ ਦੀ ਸਜ਼ਾ? ਜੀ ਨਹੀਂ ਪਤਾ। ਹੈ ਨਹੀਂ ਪਤਾ ਜੀ। ਕਿਉਂ ਨਹੀਂ ਪਤਾ? ਕਤਲ ਕਰਨਾ ਆਂਦਾ ਹੈ, ਪਲੈਨਿੰਗ ਬਣਾਣੀ ਆਂਦੀ ਹੈ, ਫਰਾਰ ਵੀ ਹੋਣਾ ਆਂਦਾ ਹੈ, ਸਭ ਕੁਝ ਆਂਦਾ ਹੈ। ਇਹ ਨਹੀਂ ਪਤਾ ਕਿ ਕਤਲ ਦੀ ਸਜ਼ਾ ਕੀ ਹੁੰਦੀ ਹੈ। ਇੱਧਰ ਮੇਰੇ ਵੱਲ ਵੇਖ, ਕੀ ਹੁੰਦੀ? ਨਹੀਂ ਪਤਾ ਜੀ। ਸਜ਼ਾਏ ਮੌਤ ਹੁੰਦੀ ਹੈ ਜੀ। ਤੇ ਹੋ ਜਾਣੀ ਚਾਹੀਦੀ ਤੈਨੂੰ ਸਜ਼ਾਏ ਮੌਤ। ਕਤਲ ਕੀਤਾ ਤੂੰ ਕਿ ਨਹੀਂ ਕੀਤਾ? ਦੱਸ। ਆਵਾਜ਼ ਆਣੀ ਚਾਹੀਦੀ ਹੈ। ਸਜ਼ਾਏ ਮੌਤ ਹੋਣੀ ਚਾਹੀਦੀ ਹੈ ਕਿ ਜਾਂ ਮਾਫੀ ਹੈ ਦੀ ਕਿ ਜ਼ਮੀਨ ਦੇ ਚੱਕਰ ਚੋਂ ਕਿਸੇ ਨੂੰ ਵੀ ਮਾਰ ਦੇਵੋ, ਕਤਲ ਕਰ ਦੇਵੋ? ਆਵਾਜ਼ ਨਹੀਂ ਆ ਰਹੀ। ਕੀ ਨਾਂ ਹੈ ਤੇਰਾ? ਮੁਹੰਮਦ ਆਜ਼ਮ। ਆਜ਼ਮ ਬੋਲ, ਕੋਈ ਤੇ ਗੱਲ ਕਰ, ਜੋ ਕਹਿਣਾ ਚਾਹੁੰਦਾ ਬੋਲ। ਸੁਣੀ ਤੇਰੀ ਸਾਰੀ ਸਟੋਰੀ, ਹੁਣ ਸਾਡੇ ਸਵਾਲਾਂ 'ਚ ਵੀ ਜਵਾਬ ਦੇ। ਦੱਸ, ਹੋਣੀ ਚਾਹੀਦੀ ਸਜ਼ਾ? ਉਹ ਇੱਧਰ ਵੇਖਣਾ, ਬੋਲਣਾ। ਸਰ ਜੋ ਫੈਸਲਾ ਅਦਾਲਤ ਦਾ ਹੋਏਗਾ ਮਨਜ਼ੂਰ ਹੈ। ਮਨਜ਼ੂਰ ਹੋਏਗਾ। ਕੋਈ ਸ਼ਰਮਿੰਦਗੀ ਨਹੀਂ ਜੀ। ਕੋਈ ਸ਼ਰਮਿੰਦਗੀ ਨਹੀਂ। ਨਹੀਂ ਜੀ। ਹੱਕ ਵਾਸਤੇ ਆਵਾਜ਼ ਬੁਲੰਦ ਕੀਤੀ ਜੀ ਸਰ। ਤੇ ਇਹਦੀ ਵਜ੍ਹਾ ਤੋਂ ਕਤਲ, ਲੋਕਾਂ ਨੂੰ ਇਹੀ ਮੈਸੇਜ ਵੇਖਣ ਵਾਲਿਆਂ ਨੂੰ ਦੇਂਗਾ ਕਿ ਕਤਲੋ ਗਾਰਤ ਕਰੋ, ਜ਼ਮੀਨ ਦੇ ਤਨਾਜ਼ੇ ਤੇ ਲੋਕਾਂ ਨੂੰ ਮਾਰੋ, ਕਤਲ ਕਰੋ। ਮਸਲਾ ਤੇ ਹੱਲ ਨਹੀਂ ਹੋਇਆ ਨਾ ਤੁਹਾਡਾ। ਕਤਲ ਕਰਕੇ ਵੀ ਫੜਿਆ ਵੀ ਗਿਆ ਤੂੰ, ਸਜ਼ਾ ਵੀ ਹੋਏਗੀ ਤੈਨੂੰ। ਕਤਲ ਦੀ ਸਜ਼ਾ ਜੱਜ ਨੇ ਤੇ ਨਹੀਂ ਮਾਫੀ ਦੇਣੀ, ਅਦਾਲਤਾਂ ਨੇ ਤੇ ਮਾਫੀ ਦੇਣੀ ਨਹੀਂ ਇਸ ਵਜ੍ਹਾ ਤੋਂ। ਬੋਲਣਾ ਹੈ। ਸਰ ਜੋ ਮੇਰਾ ਸਵਾਲ ਸੀ ਮੈਂ ਕਹਿ ਦਿੱਤਾ ਹੈ, ਇਸ ਤੋਂ ਅੱਗੇ ਮੇਰੇ ਕੋਲ ਕੋਈ ਗੱਲਬਾਤ ਨਹੀਂ। ਜੋ ਅਦਾਲਤ ਦਾ ਫੈਸਲਾ ਹੋਏਗਾ ਮਨਜ਼ੂਰ ਹੈ ਜੀ। ਤੇ ਸ਼ਰਮਿੰਦਗੀ ਵੀ ਕੋਈ ਨਹੀਂ। ਸ਼ਰਮਿੰਦਗੀ ਕੋਈ ਨਹੀਂ। ਕੋਈ ਨਹੀਂ ਹੈ, ਪੱਕਾ ਹੈ तो पूरा। हाँ भी, तू तेरा की ना है? ਅਲੀ ਹਸਨ की करना है लिए सर? ਡਰਾਈਵਰੀ किथे? ਉੱਥੇ ਰਿਹਾ ਵਿੰਡ। रायविंड? ਹਾਂਜੀ। अच्छा, ते कत्ल करना है तू भी? उजरती कातिल है? ਨਹੀਂ। हाँ, शरीफ आदमी है। ਹਾਂਜੀ। ਤੇ ਕਤਲ ਕਰਨ ਤੁਰ ਪਿਆ ਕਜ਼ਨ ਨਾਲ। ਕਤਲ ਦਾ ਨਹੀਂ ਸੀ ਪਤਾ ਉਹਨੇ ਕਿਹਾ ਕਸੂਰ ਜਾਣਾ। ਹਾਂ, ਠੀਕ ਹੈ। ਕਦੋਂ ਤੱਕ ਨਹੀਂ ਪਤਾ ਸੀ? ਕਦੋਂ ਤੱਕ ਫਾਇਰ ਨਹੀਂ ਵੱਜਾ? ਜਦੋਂ ਤੱਕ ਫੈਰ ਨਹੀਂ ਵੱਜਾ। ਜਦੋਂ ਕੋਈ ਬੰਦਾ ਕਵੇ ਕਿ ਇਸ ਮੋਟਰਸਾਈਕਲ ਦੇ ਮਗਰ ਲਾ ਗੱਡੀ ਤੇ ਆਸਤਾ ਕਰ, ਤੇਜ਼ ਕਰ ਸਪੀਡ, ਤੇ ਉਹਦੇ ਕੋਲ ਪਿਸਤੌਲ ਹੋਵੇ ਤੇ ਉਹਨੇ ਕੀ, ਉਹਦਾ ਕੀ ਮਤਲਬ? ਪਿਸਤੌਲ ਤਾਂ ਮੈਂ ਵੇਖਿਆ ਹੀ ਨਹੀਂ ਇਹਦੇ ਕੋਲ। ਤੇ ਉਹ ਪਿੱਛੇ ਬਹਿ ਰਿਹਾ ਹੈ। ਤੇਰਾ ਕਜ਼ਨ ਤੇਰੇ ਨਾਲ ਪਿੱਛੇ ਬਹਿੰਦਾ ਅਕਸਰ ਪਿਸਤੌਲ ਗੱਡੀ ਦੇ ਵਿੱਚ? ਉਦੋਂ ਵੇਖਿਆ ਕਦੋਂ ਉਹਨੂੰ ਗੋਲੀ ਵੱਜ ਗਈ ਹੈ। ਕਜ਼ਨ ਤੇਰਾ ਪਿੱਛੇ ਬਹਿੰਦਾ ਗੱਡੀ 'ਚ ਹਮੇਸ਼ਾ ਪਿੱਛੇ ਤੇਰੇ? ਬੈਠਾ ਹੈ। ਨਹੀਂ, ਜਦੋਂ ਵੀ ਤੈਨੂੰ ਮਿਲਦਾ ਹੈ ਪਿੱਛੇ ਬਹਿੰਦਾ? ਅਸੀਂ 100 ਦਫਾ ਸਫ਼ਰ ਕੀਤਾ। ਤੂੰ ਉਹਨੂੰ ਐ ਵੀ ਨਹੀਂ ਪੁੱਛਿਆ ਕਿ ਪਿੱਛੇ ਕਿਉਂ ਬੈਠਾ? ਮੈਂ ਕਦੀ ਵੀ ਨਹੀਂ ਪੁੱਛਿਆ ਇਹਦੇ ਕੋਲ। ਅੱਛਾ, ਉਹ ਪਿੱਛੇ ਬਹਿ ਜਾਂਦਾ ਜਾ ਕੇ। ਦਫਾ ਅਸੀਂ ਨਿਕਲੇ ਆ 100 ਕੰਮ ਤੋਂ ਜਾਈਦਾ। ਅੱਜ ਤੱਕ ਮੈਂ ਉਹਦੇ ਕੋਲ ਕਦੀ ਉਹਦੇ ਦਖਲ ਨਹੀਂ ਲਿਆ ਉਹਦੇ ਕੰਮ। ਅੱਛਾ, ਹਾਂਜੀ। ਉਹ ਮੈਨੂੰ ਉਦੋਂ ਪਤਾ ਲੱਗਾ ਕਦੋਂ ਗੋਲੀ ਵੱਜ ਗਈ। ਫੇਰ ਕੀ ਕਿਹਾ ਤੂੰ? ਉਦੋਂ ਮੈਂ ਪਿਸਤੌਲ ਵੇਖਿਆ। ਵੇਖ ਕੇ ਕੀ ਕਿਹਾ ਤੂੰ? ਪਿਸਤੌਲ? ਮੈਂ ਕਿਹਾ ਇਹ ਕੀ ਕਰ ਦਿੱਤਾ ਜੀ। ਅੱਛਾ। ਇਹਦੇ ਨਾਲ ਰੋਲਾ ਸੀ ਆਪਣਾ ਪੈਲੀ ਦਾ। ਅੱਛਾ, ਤੈਨੂੰ ਨਹੀਂ ਪਤਾ ਸੀ? ਮੈਨੂੰ ਨਹੀਂ ਪਤਾ। ਅੱਛਾ, ਤੇ ਉਹਨਾਂ ਦੀ ਸਾਲ ਤੋਂ ਜ਼ਿੰਦਗੀ ਜੀਰਨ ਹੋਈ ਹੈ ਤੇਰੇ ਕਜ਼ਨ ਦੀ, ਜਿਹਦੇ ਪਿੱਛੇ ਤੂੰ 4 ਘੰਟੇ ਰੈਕੀ ਕਰਦਾ ਰਿਹਾ ਕਚਹਿਰੀ ਦੇ ਬਾਹਰ ਖਲੋ ਕੇ, ਤੇ ਤੂੰ ਐਡਾ ਮਾਸੂਮ ਆਦਮੀ ਹੈ ਤੈਨੂੰ ਪਤਾ ਹੀ ਨਹੀਂ? 4 ਘੰਟੇ ਦਾ ਲਹਿਦਾ ਗੱਲ ਹੈ। ਅਸੀਂ ਤਾਂ 2-3 ਦਿਨ ਇਕੱਠੇ ਨਿਕਲਦੇ ਰਹੇ ਆ। ਫਿਰ ਹੁਣ ਇਹ ਪਹਿਲੇ ਵੀ ਰੈਕੀਆਂ ਕਰਦੇ ਹੋ? ਨਹੀਂ ਰਹਿ ਗਈਆਂ ਕਿ ਹੋਰ ਵੀ ਬੰਦੇ ਨੂੰ 100 ਮਾਮਲਾਤ ਹੁੰਦੇ ਨੇ, ਕੰਮ ਹੁੰਦੇ ਨੇ। ਕੋਈ ਇਹ ਤਾਂ ਨਹੀਂ, ਸਾਡਾ ਕੋਈ ਰਿਕਾਰਡ ਨਹੀਂ ਹੈਗਾ, ਕੋਈ ਅੱਜ ਤੱਕ ਲੜਾਈ ਨਹੀਂ, ਕਿਸੇ ਨਾਲ ਕੋਈ ਝਗੜਾ ਨਹੀਂ। ਤੇ ਵੱਡਾ ਹੀ ਰਿਕਾਰਡ ਬਣਿਆ ਫਿਰ 302 ਦਾ। ਨਹੀਂ 302 ਦਾ ਹੁਣ ਫਿਰ ਹੋ ਗਈ ਇਹਦੇ ਕੋਲ। ਹੁਣ ਕੀ ਕਰ ਸਕਦੇ ਆ? ਠੀਕ ਹੋ ਗਈ ਹੈ? ਠੀਕ ਕੀਤਾ ਸੀ ਫਿਰ। ਠੀਕ ਕੀਤਾ ਹੈ? ਤੂੰ ਵੀ ਇਹਦੇ ਵਿੱਚ ਸ਼ਾਮਲ ਹੈ ਨਾ ਕਤਲ 'ਚ? ਸ਼ਾਮਲ ਮੇਰਾ ਇੰਨਾ ਕੋ ਨਾਲ ਗੱਡੀ ਚਲਾਉਣ ਡਿਆ ਸੀ, ਮੈਨੂੰ ਨਹੀਂ ਕਿਸੇ ਗੱਲ। ਤੇ ਗੱਡੀ ਚਲਾਉਣ ਵਾਲਾ ਮੁਲਜ਼ਮ ਨਹੀਂ ਹੁੰਦਾ? ਮੁਲਜ਼ਮ ਬਣ ਗਿਆ ਹੁਣ, ਫਿਰ ਕੀ ਕਰ ਸਕਦੇ ਆ? ਠੀਕ ਕੀਤਾ ਇਹਨੇ? ਠੀਕ ਕੀਤਾ। ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੂੰ ਜੋ ਕੰਮ ਕੀਤਾ ਹੈ? ਜੋ ਹੈ ਸਜ਼ਾ ਫਿਰ ਮਿਲਣੀ ਹੈ। ਮਿਲਣੀ ਹੈ। ਹੁਣ ਕਤਲੋ ਗਾਰਤ ਅੱਗੇ ਆ ਕੇ ਵੀ ਕਰੋਗੇ ਅਗਰ ਤੂੰ ਜ਼ਿੰਦਗੀ 'ਚ ਮੌਕਾ ਮਿਲਿਆ ਤੇ? ਹਾਂ। ਕਿਸ ਵਾਸਤੇ ਕਤਲ? ਤੇ ਮੁਤਮਈਨ ਇੰਨਾ ਖਲੋਤਾ ਹੈ ਕਤਲ ਕਰਕੇ? ਮੈਂ ਕਤਲ ਕੀਤਾ ਹੀ ਨਹੀਂ ਤੇ ਮੈਂ ਮੁਤਮਈਨ ਕਿਉਂ ਨਾ ਕਰਾਂ? ਕਤਲ ਕਰਨ ਵਾਲੇ ਦਾ ਸਾਥੀ ਕਾਤਲ ਹੀ ਹੁੰਦਾ ਹੈ, ਜਿਹੜਾ ਉਹਦੇ ਕੋਲੋਂ ਕਤਲ ਕਰਵਾਉਂਦਾ ਹੈ। ਗੱਡੀ ਆਸਤਾ ਕੀਤੀ, ਬ੍ਰੇਕ ਮਾਰੀ, ਵੇਖੋ ਨਾ। ਕੀ ਕੀਤਾ ਤੂੰ? ਮੇਰੀ ਗੱਲ ਸੁਣੋ, ਮੈਨੂੰ ਪਤਾ ਨਹੀਂ ਉਹਨੇ ਕਿਹਾ ਗੱਡੀ ਸਲੋ ਕਰ। ਹਾਂ। ਮੈਂ ਕਿਹਾ ਹੋ ਸਕਦਾ ਹੈ ਕੋਈ ਗੱਲ ਕਰਨੀ ਹੋਵੇ ਜਾਂ ਕੋਈ ਖੜਾ ਕਰਨਾ ਹੋਵੇ, ਕੋਈ 100 ਮਾਮਲਾਤ ਹੁੰਦਾ ਹੈ ਬੰਦੇ ਦਾ। ਮੈਨੂੰ ਇਹਦਾ ਨਹੀਂ ਪਤਾ। ਮੈਂ ਗੱਡੀ ਸਲੋ ਕਰਨੀ, ਇਹਨੇ ਫੈਰ ਮਾਰ ਦੇਣਾ। ਅੱਛਾ, ਇਹ ਤੈਨੂੰ ਨਹੀਂ ਦੱਸਿਆ? ਮਾਸੂਮ ਆਦਮੀ ਓਏ, ਤੂੰ ਬਗੈਰ ਕਜ਼ਨ ਨੂੰ ਦੱਸੇ ਕਤਲ ਕਰਤੇ ਹੀ ਹੈ? ਆਵਾਜ਼ ਆਣੀ ਚਾਹੀਦੀ ਤੇਰੀ, ਬੋਲ ਨਹੀਂ ਰਿਹਾ ਤੂੰ। ਇੱਧਰ ਬੋਲਣਾ ਹੈ। ਬਗੈਰ ਕਜ਼ਨ ਨੂੰ ਦੱਸੇ ਕਤਲ ਕੀਤਾ ਹੀ? ਜੀ ਸਰ। ਹੈ
ਜਦੋਂ ਰੈਕੀ ਕਰ ਰਹੇ ਸੀ ਉਦੋਂ ਨਹੀਂ ਇਹਨੇ ਪੁੱਛਿਆ ਤੇਰੇ ਕੋ ਕਿਉਂ ਕਰ ਰਹੇ ਆ, ਕਿਹਦੀ ਇੰਤਜ਼ਾਰ ਕਰ ਰਹੇ ਆ? ਤਰੀਕ ਦਾ ਸੀ ਸਰ, ਡੇਟ ਸੀ ਸਾਡੇ ਉਸ ਦਿਨ। ਹਾਂ ਮੈਂ ਉਹਨੂੰ ਕਿਹਾ ਤਰੀਕ ਵੇਖ ਕੇ ਜਾਣਾ, ਕੀ ਤਰੀਕ ਹੁੰਦੀ ਅੱਗੇ। ਅੱਛਾ, ਉਸ ਵਾਸਤੇ ਅਸੀਂ ਬਾਹਰ ਬੈਠੇ ਰਹੇ ਸੀ। ਬਾਹਰ ਬੈਠੇ ਰਹੇ ਸੀ। ਜੀ ਜਦੋਂ ਦਾ ਤੂੰ ਮਗਰ ਲਾਈ ਉਹ ਮੋਟਰਸਾਈਕਲ, ਇਹਨੂੰ ਕਿਹਾ ਮਗਰ ਲਾ, ਉਦੋਂ ਇਹਨੇ ਕੀ ਕਿਹਾ ਕਿਹਦੇ ਮਗਰ ਲਾਵਾਂ? ਨਹੀਂ ਮਗਰ ਵਾਲੀ ਤਾਂ ਗੱਲ ਹੀ ਨਹੀਂ ਹੈ ਨਾ ਹੋਈ। ਤੂੰ ਪਲੈਨਿੰਗ ਕੱਲੇ ਕੀਤੀ ਜੀ, ਤੇ ਇਹਨੂੰ ਕਹਿੰਦੇ ਵਿੱਚ ਇਨਵੋਲਵ ਕੀਤਾ ਹੀ ਨਾਲ? ਸਿਰਫ ਇਹਨੂੰ ਨਾਲ ਲੈ ਕੇ ਆਇਆ ਸੀ। ਤੇ ਦੱਸਿਆ ਵੀ ਤੇ ਹੋਏਗਾ ਨਾ ਕਿ ਕਤਲ ਕਰਨਾ ਹੈ? ਨਹੀਂ ਦੱਸਿਆ ਜੀ। ਨਹੀਂ ਦੱਸਿਆ? ਬੜਾ ਪੱਕਾ ਹੈ ਤੂੰ? ਹਾਂ ਬਈ ਤੂੰ ਦੱਸ, ਨਹੀਂ ਦੱਸਿਆ ਇਹਨੇ ਤਾਂ? ਨਹੀਂ ਦੱਸਿਆ। ਅੱਛਾ, ਉਹ ਮੋਟਰਸਾਈਕਲ ਵਾਲੀ ਕਿਹੜੀ ਗੱਲ ਹੈ, ਉਹਦਾ ਪਤਾ ਹੀ ਨਹੀਂ ਹੈ ਨਾ, ਹੈ ਕਿ ਮੋਟਰਸਾਈਕਲ ਜਾ ਰਹੀ ਹੈ ਇਹਦੇ ਪਿੱਛੇ ਜਾਣਾ। ਮੈਨੂੰ ਇਹਨੇ ਕਿਹਾ ਚੱਲ ਟੋਰ ਗੱਡੀ ਚਲੀ ਹੈ। ਹਾਂ ਤੇ ਫਿਰ ਉਹ 30 ਦੀ ਸਪੀਡ ਤੇ ਮੋਟਰਸਾਈਕਲ ਜਾ ਰਹੀ ਹੈ ਤੇ ਤੂੰ ਵੀ 30 ਦੀ ਸਪੀਡ ਤੋਂ ਗੱਡੀ ਚਲਾਣਾ ਹੈ? ਅਸੀਂ ਵੀ 30 ਦੀ ਸਪੀਡ ਤੇ ਪਿੱਛੇ ਜਾ ਰਹੇ, ਰਸ਼ ਰੁਸ਼ ਹੈਗਾ ਸੀ, ਗੋਲ ਚੱਕਰ ਕਿਹਦੇ ਸੀ। ਪਿੱਛੇ ਜਾ ਰਹੇ ਸੀ? ਅੱਗੇ ਜਾ ਰਿਹਾ ਉਹ, ਪਿੱਛੇ ਅਸੀਂ ਜਾ ਰਹੇ ਹਾਂ। ਸਾਨੂੰ ਹੁਣ ਕੀ ਪਤਾ, ਮੈਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਉਹਦੇ ਪਿੱਛੇ ਜਾ ਰਹੇ ਹਾਂ ਜਾਂ ਵੈਸੇ ਅਸੀਂ ਤਾਂ ਜਾਣਾ ਹੀ ਜਾਣਾ ਸੀ ਉਧਰ ਨੂੰ। ਅਸੀਂ ਤਾਂ ਆਪਦੇ ਰੋਡ ਦੇ ਰੈਵਨ ਨੂੰ ਹੀ ਵਾਪਸ ਜਾ ਰਹੇ ਹਾਂ ਘਰ ਨੂੰ ਹੀ। ਹਾਂ ਤੇ ਜਦੋਂ ਇਹਨੇ ਕਿਹਾ ਆਸਤਾ ਕਰ, ਕਦੋਂ ਕਿਹਾ? ਹੈ ਹੀ ਆਸਤਾ ਹੀ। ਅੱਛਾ ਆਸਤਾ ਹੀ ਸੀ। ਆਸਤਾ ਹੀ ਸੀ। ਅੱਛਾ ਫਿਰ ਇਹਨੇ ਸ਼ੀਸ਼ਾ ਖੋਲ ਕੇ ਗੋਲੀ ਮਾਰਤੀ? ਸ਼ੀਸ਼ਾ ਖੋਲ ਦੇਣ ਗੋਲੀ ਮਾਰ ਗਈ। ਬੜਾ ਪੱਕਾ ਹੈ ਤੂੰ, ਪਹਿਲੇ ਵੀ ਕਤਲ ਕਰਦਾ ਰਿਹਾ? ਨਹੀਂ, ਰਿਕਾਰਡ ਚੈੱਕ ਕਰ ਲਓ, ਕੋਈ ਪਰਚਾ ਨਹੀਂ ਹੈਗਾ ਕਿਸੇ ਕਿਸਮ ਦਾ, ਨਾ ਕੋਈ ਜ਼ਿੰਦਗੀ ਦੇ ਵਿੱਚ ਅਸੀਂ ਨਾ ਕੋਈ ਲੜਾਈ ਨਾ ਕੋਈ ਝਗੜਾ ਕਿਸੇ ਨਾਲ। नाजरीन बड़े ही जो है पुख्ता किस्म के ये मुल्ज़मान है, उम्र तो कम है लेकिन वो अपने किए पर ज़रा भी शर्मिंदा नहीं। इस केस के जो तफ्तीशी ऑफिसर हैं उनसे भी जानने की कोशिश करेंगे कि असल कहानी है क्या और ये कत्ल की वारदात किस तरह से हुई, क्या दूसरा मुल्जिम इन्वॉल्व था या जो ये बता रहा है वो सच्ची कहानी है या झूठी कहानी ही बताई जा रही है। वकील को ज़मीन के तनाज़ा पर कत्ल किया गया, पुलिस की तफ्तीश भी यही कहती है, लेकिन इसमें असल हकाइक मज़ीद क्या हैं, कौन कौन इस मुकदमे में इन्वॉल्व है और किस तरह से मुल्ज़मान तक पुलिस पहुंची, ये भी आपको बताएंगे। नाज़रीन बात हो रही है एडवोकेट असलम जोइया के कत्ल की, जो कचहरी के बिल्कुल करीब कत्ल की वारदात हुई। ये कत्ल की वारदात किस तरह से हुई और पुलिस मुल्ज़मान तक कैसे पहुंची, ये जानने के लिए हमारे साथ यहाँ के तफ्तीशी ऑफिसर मलिक नसीर साहब मौजूद हैं। उन्हीं की जुबानी जानते हैं। बहुत शुक्रिया नसीर साहब, वक्त दिता। ए सर दसो कि ए कत्ल की जिहड़ी वारदात हुई है, ए कहंदे ने कोई जमीन दे तनाज़े ते हुई है, असल चू की हकाइक की है? जमीन दे तनाज़े ते हुई है? ਜ਼ਮੀਨ ਦਾ ਤਨਾਜ਼ਾ ਤਕਰੀਬਨ 40 ਏਕੜ ਦਾ, 6 ਏਕੜ ਇਹ ਵਕੀਲ ਸਾਹਿਬ ਨੇ ਲੈ ਲਈ ਸੀ ਪਹਿਲਾਂ ਮੁਕਰਰ ਕਰਕੇ। ਬਕਾਇਆ ਦਾ ਇਹਨਾਂ ਦਾ ਕੋਈ ਇਸਤਿਕਾਰੀ ਹੱਕ ਦਾ ਦਾਵਾ ਦੇ ਉਹ ਦਾਇਰ ਚੱਲ ਰਿਹਾ ਸੀ। ਅੱਛਾ, ਦੀ ਵਜ੍ਹਾ ਤੋਂ ਇਹ ਸਵੇਰ ਤਕਰੀਬਨ 11:30 ਵਜੇ ਦੇ ਇੱਥੇ ਆਏ ਨੇ ਕਚਹਿਰੀ, ਗੱਡੀ ਲੈ ਕੇ ਬਾਹਰ ਖੜੇ ਰਹੇ ਨੇ। ਉਤਰ ਕੇ ਗਏ ਵੀ ਨੇ, ਚੈੱਕ ਜਾ ਕੇ ਕੀਤਾ ਹੈ ਵੀ ਵਕੀਲ ਸਾਹਿਬ ਇੱਥੇ ਨੇ। ਉਸ ਤੋਂ ਬਾਅਦ ਤਕਰੀਬਨ 4:30 ਪੌਣੇ 5 ਵਜੇ ਵਕੀਲ ਸਾਹਿਬ ਨਿਕਲੇ ਨੇ ਬਾਹਰ। ਇਹਨਾਂ ਨੇ ਉਹਨਾਂ ਪਿੱਛਾ ਕੀਤਾ ਹੈ। ਤਕਰੀਬਨ ਕਿ ਫੋਨ ਆ ਰਿਹਾ ਸੀ ਵਕੀਲ ਸਾਹਿਬ ਨੂੰ, ਆਸਾ ਆਸਾ 20-25 ਦੀ ਸਪੀਡ 'ਤੇ ਜਾ ਰਹੇ ਸੀ। ਇਹ ਵੀ ਗੱਡੀ ਲੈ ਕੇ ਪਿੱਛੇ ਆਸਾ ਆਸਾ ਜਾ ਰਹੇ ਨੇ। ਜਦੋਂ ਕਾਲੀ ਪੁਲ ਔਰ ਨਜ਼ਦ ਮੰਡੀ ਮੋੜ ਪਹੁੰਚੇ ਨੇ, ਉੱਥੇ ਜਾ ਕੇ ਗੱਡੀ ਆਸਾ ਕਰਕੇ ਸ਼ੀਸ਼ਾ ਥੱਲੇ ਕਰਕੇ ਇਹਨਾਂ ਨੇ ਫਾਇਰ ਮਾਰਿਆ। ਵਕੀਲ ਸਾਹਿਬ ਡਿੱਗ ਪਏ ਨੇ, ਇਹ ਗੱਡੀ ਲੈ ਕੇ ਫਰਾਰ ਹੋ ਗਏ। ਠੀਕ ਹੈ, ਉਹਨਾਂ ਨੂੰ ਕਤਲ ਕਰਕੇ ਇਹ ਫਰਾਰ ਹੋ ਗਏ। ਅੱਛਾ, ਮੁਲਜ਼ਮਾਂ ਨਾਲ ਸਾਡੀ ਗੱਲ ਹੋ ਰਹੀ ਹੈ, ਉਹ ਕਹਿੰਦੇ ਨੇ ਉਹ ਜਿਹੜਾ ਮਰਕਜ਼ੀ ਮੁਲਜ਼ਮ ਹੈਗਾ ਜਿਨੇ ਕਤਲ ਦੀ ਵਾਰਦਾਤ ਕੀਤੀ, ਉਹ ਕਹਿੰਦਾ ਨਾਲ ਦੇ ਕਜ਼ਨ ਨੂੰ ਮੈਂ ਬਿਲਕੁਲ ਨਹੀਂ ਦੱਸਿਆ। ਇਹ ਸੱਚ ਹੈ ਝੂਠ ਹੈ, ਅਸਲ ਹਕਾਇਕ ਕੀ ਗਏ ਨੇ? ਬਿਲਕੁਲ ਇਹਨਾਂ ਦਾ ਮਸ਼ਵਰਾ ਹੈ ਮੁਕੰਮਲ ਹੈ, ਦੋਨੋਂ ਦੀ ਸਲਾਹ ਮਸ਼ਵਰੇ ਨਾਲ ਆਏ ਨੇ। ਅੱਛਾ। ਇਹਨਾਂ ਨੂੰ ਤਕਰੀਬਨ ਜਿਹੜਾ ਬੰਦਾ 5-6 ਘੰਟੇ ਉੱਥੇ ਰੁਕਦਾ ਹੈ, ਉਹਨੂੰ ਇਹ ਨਹੀਂ ਪਤਾ ਵੀ ਮੈਂ ਇਹਦੇ ਨਾਲ ਕਿਉਂ ਆਇਆ। ਹਾਂ, ਇੱਕ ਘੰਟਾ ਅੱਧੇ ਘੰਟੇ ਦੀ ਗੱਲ ਨਹੀਂ ਹੈ, 5-6 ਘੰਟੇ ਰੁਕੇ ਨੇ। ਉਸ ਤੋਂ ਬਾਅਦ ਫਿਰ ਇਹ ਉਹਦੇ ਮਗਰ ਲੱਗੇ ਨੇ। ਸਹੀ ਹੈ। ਇਹ ਬੜੇ ਹੁਸ਼ਿਆਰ ਮੁਲਜ਼ਮਾਨ ਨੇ। ਪਹਿਲੇ ਤੁਸੀਂ ਇਸ ਕੇਸ ਦੇ ਹਵਾਲੇ ਨਾਲ ਹੋਰ ਤਰ੍ਹਾਂ ਵੀ ਤਫਤੀਸ਼ ਕਰ ਰਹੇ ਹੋਵੋਗੇ ਕਿਉਂਕਿ ਇਹ ਬਲਾਈਂਡ ਮਰਡਰ ਹੈਗਾ ਸੀ। ਜੀ, ਬਿਲਕੁਲ ਐਂਡ ਤੁਸੀਂ ਟਰੇਸ ਕੀਤਾ ਪਹਿਲੇ ਤੇ ਮੁਲਜ਼ਮਾਨ ਤੱਕ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ, ਤੁਹਾਨੂੰ ਪਤਾ ਕਿੰਜ ਲੱਗਿਆ ਕਿ ਇਹੀ ਅਸਲ ਮੁਲਜ਼ਮਾਨ? ਸਰ ਅਸੀਂ ਸੀਸੀਟੀਵੀ ਕੈਮਰੇ ਸੇਫਟੀ ਤੋਂ ਚੈੱਕ ਕੀਤੇ ਨੇ। ਅੱਛਾ। ਤੇ ਕਾਫੀ ਗੱਡੀਆਂ ਖੜੀਆਂ ਸਨ। ਇਹ ਗੱਡੀ ਮਸ਼ਕੂਕ ਜਿੰਦੇ ਚ ਉਤਰ ਕੇ ਜਾਂਦੇ ਨੇ, ਫਿਰ ਵਾਪਸੀ ਆ ਕੇ ਬੈਠ ਜਾਂਦੇ ਨੇ। ਉਹਨੂੰ ਅਸੀਂ ਗੱਡੀ ਦਾ ਨੰਬਰ ਇਹਨਾਂ ਨੇ ਏਡੇ ਚਲਾਕ ਨੇ, ਬੈਕ ਸਾਈਡ ਦੀ ਜਿਹੜੀ ਨੰਬਰ ਪਲੇਟ ਹੈ ਉਹ ਨਾ ਉਤਾਰੀ ਹੋਈ ਸੀ। ਅੱਛਾ, ਉਤਾਰੀ ਹੋਈ ਸੀ। ਪੂਰੀ ਪਲੈਨਿੰਗ ਕਰਕੇ ਆਏ? ਅਗਲੀ ਨੰਬਰ ਪਲੇਟ ਹੈ ਸੀ। ਉਸ ਨੰਬਰ ਤੋਂ ਅਸੀਂ ਕਲੋਜ਼ ਕਰਕੇ ਚੈੱਕ ਕੀਤਾ ਹੈ। ਉਹ ਇੱਕ ਕੋਲ ਲਖਪਤ ਲਾਹੌਰ ਦਾ ਬੰਦਾ ਸੀ ਓਨਰ ਦਾ, ਜਿਹੜਾ ਉੱਥੇ ਜਾ ਕੇ ਉਹਨੂੰ ਮਿਲਿਆ। ਉਹਨੇ ਦੱਸਿਆ ਜੀ ਮੈਂ ਫਲਾਣ ਨੂੰ ਸੇਲ ਕੀਤੀ ਹੈ। ਉਹ ਫਿਰ ਅੱਗੇ ਗਏ, ਉਹਨੇ ਕਿਹਾ ਫਲਾਣ ਨੂੰ। ਐਂਡ ਤੇ ਜਾ ਕੇ ਜਿਹੜਾ ਜਲਿਆਣੇ ਦਾ ਯਾਨੀ ਬੈਰੀਆ ਟਾਊਨ ਲਾਹੌਰ ਦੇ ਨਜ਼ਦੀਕ ਜਲਿਆਣਾ ਪਿੰਡ, ਉੱਥੋਂ ਦਾ ਮਕਸੂਦ ਨਾਮੀ ਬੰਦਾ ਜਿੰਦੀ ਗੱਡੀ ਸੀ, ਅਸੀਂ ਮਕਸੂਦ ਨੂੰ ਲੈ ਜਾ ਕੇ ਚੁੱਕਿਆ। ਮਕਸੂਦ ਨੇ ਕੋਈ ਦੱਸਿਆ ਜੀ ਮੇਰੇ ਕੋਲ ਇਹ ਬੰਦਾ ਰੈਂਟ ਤੇ ਲੈ ਕੇ ਗਿਆ ਹੈ। ਫਿਰ ਅਸੀਂ ਇਹਨਾਂ ਵਾਂ ਰੇਟ ਕੀਤਾ ਹੈ।
ਤੇ ਇਹ ਸਾਨੂੰ ਮਿਲੇ नहीं मिले ਨਹੀਂ सही है ਉਸ फिर ਤੋਂ ਬਾਅਦ ਇਹ ਤਕਰੀਬਨ ਕੋਈ 11 ਤਰੀਕ ਦੀ ਰਾਤ ਨੂੰ 12 ਤਰੀਕ ਸ਼ੁਰੂ ਹੋ ਗਈ ਸੀ ਤੇ ਤਕਰੀਬਨ 1 ਵਜੇ ਦਾ ਟਾਈਮ ਸੀ। ਅਸੀਂ ਗਸ਼ਤ ਕਰਦੇ ਫਿਰਦੇ ਸੀ, ਇਹ ਆਏ ਨੇ, ਇਹ ਦੋਨੋਂ ਹੀ ਬੈਠੇ ਸੀ ਗੱਡੀ 'ਚ। ਉੱਥੋਂ ਗੱਡੀ ਨੂੰ ਦੇਖਿਆ ਤੇ ਗੱਡੀ ਨੂੰ ਅਸੀਂ ਰੋਕਿਆ। ਅਸੀਂ ਆਖਿਆ ਵੀ ਇਹ ਤਾਂ ਉਹ ਗੱਡੀ ਹੈ ਜਿਹੜੀ ਸਾਨੂੰ ਮਤਲੂਬ ਹੈ। ਅਸੀਂ ਚੈੱਕ ਕੀਤਾ, ਇਹਨਾਂ ਕੋਲ ਪਿਸਟਲ ਬਰਾਮਦ ਹੋਇਆ, ਗੱਡੀ ਵੀ ਸਹੀ ਲੈਣ ਦੀ, ਗੱਡੀ ਵੀ ਕਬਜ਼ੇ 'ਚ, ਪਿਸਟਲ ਵੀ ਇਹਦੇ ਤੇ ਪਰਚਾ ਦੇ ਦਿੱਤਾ। ਬਾਕੀ ਮਜ਼ੀਦ ਤਫਤੀਸ਼ ਜਿਹੜੀ ਉਹ ਹੀ ਚੱਲ ਰਹੀ ਹੈ। ਰਿਮਾਂਡ ਤੇ ਨੇ ਸਾਡੇ ਕੋਲ ਇਸ ਟਾਈਮ रिमांड ਦੇ ਉੱਤੇ ਗਏ ਫਿਰ ਉਸ ਤੋਂ ਬਾਅਦ ਸ਼ਨਾਖਤ ਪਰੇਡ ਤੇ ਇਹਨਾਂ ਨੂੰ ਭਿਜਵਾਇਆ। ਜਿਸ ਦਿਨ ਫੜਿਆ ਉਸੇ ਡੇਟ 'ਚ ਹੀ ਸ਼ਨਾਖਤ ਪਰੇਡ ਚਲੇ ਗਏ ਨੇ। ਮਤਈਆਂ ਕੋਲੋਂ ਸ਼ਨਾਖਤ ਪਰੇਡ ਮੈਜਿਸਟ੍ਰੇਟ ਦੇ ਥਰੂ ਹੋਈ ਹੈ ਜੇਲ੍ਹ 'ਚ ਜਾ ਕੇ, ਉਹਨਾਂ ਇਹਨਾਂ ਨੂੰ ਸ਼ਨਾਖਤ ਕੀਤਾ। ਫਿਰ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਗਏ और रिमांड से लेके आए हैं और कल इन्हों का रिमांड खत्म हो रहा है, कल दोबारा पेश करेंगे। कल दोबारा पेश करोगे, ठीक है। आजम है मरकजी मुलजम जिन्हें कत्ल की वारदात की है, नाल इन्हें प्लानिंग किस तरह बनाई सी, कितनी देर तो बनाई हुई सी, ਤੁਹਾਡੀ ਤਫਤੀਸ਼ ਦੇ ਦੌਰਾਨ ਕਿਹੜੇ ਇਨਕਸ਼ਾਫਾਤ ਸਾਹਮਣੇ ਆਏ? ਤਫਤੀਸ਼ ਤੋਂ ਸਾਰੇ 25 ਤਰੀਕ ਨੂੰ ਕਬਲ ਵੀ ਇੱਕ ਤੋਂ ਪਹਿਲੇ ਆਇਆ, 30 ਤਰੀਕ ਨੂੰ ਕਤਲ ਹੋਇਆ, 25 ਨੂੰ ਵੀ ਆਇਆ ਸੀ, ਪਲਾਨਿੰਗ ਬਣਾ ਕੇ ਆਇਆ, ਇਕੱਲਾ ਆਇਆ ਸੀ ਉਸ। ਅੱਛਾ, 25 ਨੂੰ ਵੀ ਕਤਲ ਕਰਨ ਦੇ ਮੂਡ 'ਚ ਆਇਆ ਸੀ? ਬਿਲਕੁਲ ਆਇਆ, ਉਸ ਦਿਨ ਦਾ ਦਾ ਨਹੀਂ ਲੱਗਾ। ਦਾ ਨਹੀਂ ਲੱਗਾ, ਸਹੀ ਹੈ। ਇਸ ਕਤਲ 'ਚ ਆਜ਼ਮ ਤੇ ਇਹਦਾ ਕਜ਼ਨ ਹੀ ਸ਼ਾਮਿਲ ਹੈ ਕਿ ਹੋਰ ਵੀ ਲੋਕ ਇਹਦੇ ਵਿੱਚ? ਦੋਨੋਂ ਨਹੀਂ ਜੀ, ਅਸੀਂ ਪੂਰੀ ਤਫਤੀਸ਼ ਕੀਤੀ ਆਪਣੀ ਇਨਵੈਸਟੀਗੇਸ਼ਨ ਦੇ ਮੁਤਾਬਕ, ਕਿਸੇ ਦੀ ਕੋਈ ਪਲਾਨ ਸਲਾਹ ਮਸ਼ਵਰਾ ਵੀ ਕਿਸੇ ਚੀਜ਼ ਦਾ ਨਹੀਂ ਹੈ। ਸਹੀ ਹੈ। ਮੁਦਈ ਮੁਕੱਦਮਾ ਕੀ ਕਹਿੰਦਾ ਹੈ ਇਸ ਹਵਾਲੇ ਦੇ ਨਾਲ? ਮੁਦਈ ਮੁਕੱਦਮਾ ਨੇ ਨਾਮ ਨੂੰ ਪਰਚਾ ਦਰਜ ਕਰਾਇਆ ਸੀ, ਹੁਣ ਉਹਨਾਂ ਨੇ ਖੁਦ ਹੀ ਸ਼ਨਾਖਤ ਕੀਤਾ ਹੈ, ਉਹ ਇਹ ਚੀਜ਼ ਤੇ ਮੁਤਮਿਨ ਨੇ। ਠੀਕ ਹੈ ਜੀ, ਸਾਡੇ ਮੁਲਜ਼ਮ ਨੇ ਤੇ ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਜਾਣਾ ਚਾਹੀਦਾ, ਕੈਫਰੇ ਕਿਰਦਾਰ ਤੱਕ ਜਾਣਾ ਚਾਹੀਦਾ। ਬਾਕੀ ਮੁਲਜ਼ਮ ਦੀ ਗੱਲਾਂ ਤੁਸੀਂ ਵੀ ਸੁਣੀਆਂ, ਉਹ ਕਿੰਨਾ ਸੱਚ ਤੇ ਕਿੰਨਾ ਝੂਠ ਬੋਲ ਰਿਹਾ ਹੈ, ਕਿ ਗੱਲਾਂ ਹੁੰਦੀਆਂ ਹਕਾਇਕ ਵੀ ਉਹਦੇ ਵਿੱਚ ਕੋਈ ਸੱਚਾਈ ਵੀ ਹੈ? ਮੁਲਜ਼ਮ ਜੀ ਆਪਣੇ ਤੌਰ ਤੇ ਆਪਣੇ ਆਪ ਨੂੰ ਛੁਪਾਉਣ ਤੇ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਨਸ਼ਾਅੱਲਾ ਜਿਹੜਾ ਹਕਾਇਕ ਹੈ ਨਾ, ਉਹ ਇਨਸ਼ਾਅੱਲਾ ਮੰਜ਼ਰ ਆਮ ਤੇ ਲੈ ਕੇ ਅਸੀਂ ਇਨਸ਼ਾਅੱਲਾ ਮੰਜ਼ਰ ਆਮ ਤੇ ਲੈ ਕੇ ਆਓਗੇ। ਇਹਨਾਂ ਨੂੰ ਸਜ਼ਾ ਦਿਲਵਾਉਣ ਵਾਸਤੇ ਹੋਰ ਮਜ਼ੀਦ ਕੀ ਕੁਝ ਕਰਨਾ ਪਏਗਾ? ਅਸੀਂ ਇਹਨਾਂ ਦੀ ਕਾਰ ਦੀ ਟਰੈਵਲ ਹਿਸਟਰੀ ਵੀ ਲਈ ਹੈ, ਜਿਹੜੀ ਟੈਕਰ ਰਿਪੋਰਟ ਹੁੰਦੀ, ਸੇਫ ਸਿਟੀ ਦੀ CD ਵੀ ਹਾਸਲ ਕੀਤੀ ਹੈ, ਇਹਨਾਂ ਦੀ CDR ਮੋਬਾਈਲਾਂ ਦੀ ਵੀ ਲਈ ਹੈ, ਔਰ ਤਕਰੀਬਨ ਜਿਹੜੀ ਵੀ ਚੀਜ਼ ਸਾਨੂੰ ਤਕਨੀਕੀ ਬੁਨਿਆਦ ਤੇ ਚਾਹੀਦੀ ਉਹ ਅਸੀਂ ਸਾਰੀਆਂ ਇਹਨਾਂ ਦੀਆਂ ਕਲੈਕਟ ਕੀਤੀਆਂ ਜੀ, ਉਹ ਸਾਰੀਆਂ कलेक्ट कर ली हैं। जी नाजरीन, आपने तफ्तीशी की गुफ्तगू जानी कि किस तरह से उन्होंने मुलजमान के हवाले से पुख्ता सबूत जो शवाहिद हैं वो इकट्ठे कर रखे, और उनका कहना है कि इनको इनके किए की करार वाक़या सज़ा दिलवाने के लिए उनके पास जो सबूत हैं, शवाहिद हैं, वो भी पेश किए जाएंगे और उनको इनके किए की सज़ा ज़रूर मिलेगी। नाजरीन, इस वक्त हमारे साथ मौजूद हैं थाना A डिवीज़न के SHO इफ्तिखार अहमद साहब। उन्हीं की ज़ुबानी जानते हैं कि उन्होंने वकील के अंधे कत्ल की वारदात को किस तरह से ट्रेस किया और मुलजमान तक कैसे पहुंचे। बहुत शुक्रिया इफ्तिखार साहब, आपने वक्त दिया। जी थैंक यू वेरी मच। इफ्तिखार साहब, ये बताइए, ये जो कत्ल की वारदात हुई, कचहरी से निकलते ही वकील को टारगेट करके कत्ल कर दिया गया, उसके बाद तफ्तीश का आगाज कहाँ से शुरू किया? ये देखिए ना, ये हमारे मुअज़्ज़ज़ बार के मेंबर थे, तो ये पुलिस पे भी ज़्यादा प्रेशर था कि इसको जल्द अज जल्द ट्रेस किया जाए कि एक मुअज़्ज़ज़ बार के जो मेंबर है वो मर्डर हुए हैं। सही। तो इसलिए तफ्तीश ये बेसिकली ये ब्लाइंड मर्डर था, ब्लाइंड मर्डर, अंधा कत्ल था। तो पुलिस ने अपने तमाम तर जो वसाइल है उसको यूटिलाइज़ करते हुए तो इसको जो ट्रेस आउट किया। तो इन्होंने एक गाड़ी इस्तेमाल की, CCTV कैमरा की मदद से हमने गाड़ी ट्रेस की, उसका नंबर ट्रेस किया, और उसके बाद जो हमने पूरी CDRs और पूरा जो टेक्निकल वर्क होता है जो पुलिस का, सही, उसके ऊपर काम किया। सही। उस काम की वजह से अल्लाह ताला ने हमें जो ना कामयाबी दी, तो वो जो मुलजमान है वो आपके सामने है। बिल्कुल। अच्छा, इसको मुख्तलिफ जावियों से तफ्तीश का आगाज़ किया होगा, क्योंकि एडवोकेट थे मकबूल जो मर्डर हुए, प्रेशर भी होता है, जाहिर सी बात है, वकला बरादरी, तो किस तरह से लेके चले और कितने दिनों के अंदर अंदर आप मुलजमान तक? ये बड़ी क्लियर मुद्दत में जो ना इसको ट्रेस किया गया है। सही। तो असल में जब हमें यहाँ से लीड मिली CCTV कैमरा सेफ सिटी से, तो फिर गाड़ी पकड़ी। बेसिकली ये रेंट पे गाड़ी थी। सही। तो रेंट पे लेके आए थे मुलजमान। इन्होंने ना सिर्फ वेट किया, वकील साहब जब बाहर आए तो इन्होंने काफ़ी देर वेट किया, फिर उनका चेज़ किया, और मेन जो फिरोजपुर रोड है काली पुल कसूर में, इधर इनका मर्डर किया है। इनका मर्डर किया। और वजह तनाज़ा ज़मीन, ये बेसिकली ज़मीन का तनाज़ा था, इनके आपस में लिटिगेशन थी। सही। तो इनको बड़ा दुख था कि ये वकील साहब पैरवी कर रहे हैं, तो हम क्यों ना इसको अपने रास्ते से जो निकाल दें। और वो जो जगह ली हुई थी वो इनके ब्रदर इन लॉ ने वकील साहब के लिए हुई थी? जी जी बिल्कुल ऐसे ही था। जो ना काफ़ी अरसे से इनका डिस्प्यूट था, और जो डिस्प्यूट आखिर तक जो है ना वो दुश्मनी में बदला, वो दुश्मनी में बदल गया और कत्ल की वारदात कर दी। मुलजिम देखने में तो कम उम्र ही लगता है, लेकिन इतना शातिर और चालाक मुलजिम है
फौरी तौर पे मान गया कि उसने ही ये कत्ल की वारदात की है जब उसको आपने पकड़ लिया? देखिए शायद ये ना मानता पहले, जब हमने टेक्निकल एविडेंस इसके सामने रखी सही कि ये आपके खिलाफ एविडेंसेस हैं तो आप इसको जो है रिबट करें। सही। तो जब इसे पता चला कि ये तो नहीं हो सकता तो फिर ये मान गया कि जी हाँ ये मैंने ही किया है। अच्छा इफ्तिखार साहब ये बताइएगा, वजह तनाज़ा ज़मीन ही थी कि और भी कोई रंजिश चल रही थी? नहीं, बेसिकली ये ज़मीन का ही तनाज़ा था। अच्छा। ये वकील साहब के साथ इनका ज़मीन का तनाज़ा चला, लिटिगेशन भी चल रही थी। सही। तो इन्होंने फिर जो है ना ये एक्ट किया है। तो उसके बाद इन्होंने मनसूबाबंदी के तहत जो है। अच्छा उसमें ये जो दूसरा मुल्जिम है वो इनकारी है कि उसे पता नहीं था कि कत्ल की वारदात के लिए, मरकजी मुल्जिम भी यही कहता है कि उसने सिर्फ अपने कज़न को बुलाया और लेके गया। ऐसा मुमकिन है? ऐसा कभी भी मुमकिन नहीं हो सकता। हाँ, क्योंकि जब इन्होंने रेंट पे कार ली, फिर उन्होंने वेपन लिया, फिर उन्होंने कसूर के लिए ट्रैवल की, फिर उन्होंने कुछ 3-4 घंटे वेट किया, फिर उन्होंने चेज़ किया, ये इतने पॉइंट्स हैं कि जिस पे हम ये नहीं कह सकते कि इन्होंने प्री प्लान नहीं था। इन्होंने बकायदा तौर पे प्लानिंग की और उसके मुताबिक इन्होंने मर्डर किया। ठीक है। वो आज़म जो मरकजी मुल्जिम है वो कहता है उसे नहीं पता कि कत्ल की सज़ा क्या होती है, मतलब ऐसे रवैया इख्तियार किए हुए, और वो ज़रा सा शर्मिंदा भी नहीं है, कहता मैं शर्मिंदा भी नहीं हूँ और मैंने जो किया है वो अपने हक़ के लिए किया है। ये क्या इफ्तिखार साहब आजकल हो रहा है? एक तो कत्ल करना, चोरी, ऊपर से सीना जोरी, ये मुआशरे में चल क्या रहा है हमारे? देखें, किसी को मर्डर करना ये हक तो नहीं है, तो ज़ाहिर है कि कानून में इसकी बकायदा तौर पे सज़ा है। सही। तो अगर इनको कोई मसला था तो ये बताते कि हमें ये मसला है, पुलिस से रब्ता करते हैं, तो इनको कानून में हाथ लेने का कतन जो ना इख्तियार नहीं था। इख्तियार नहीं है। तो ये जो वजूहात है, जराइम की वारदातें बढ़ती चली जा रही हैं, इसकी रोकथाम के लिए आप क्या समझते हैं? क्या चीज़ ज़रूरी है जिससे इसमें कोई कमी आ सकती है? एजुकेट होने की ज़रूरत है लोगों को, या उनमें अदम बर्दाश्त नहीं रही? इसकी बेसिक वजूहात आपके नज़रिए में, आपके जहन के मुताबिक क्या है? इसकी बेसिकली जो मेन वजह है वो तो है कि तरबियत को है उसका फुकदान है। सही। तो हमें चाहिए कि बीइंग अ पेरेंट्स और मुआशरा हम बच्चों की तरबियत करें, उनको अच्छे भले का बताएं, और जो है ना एक घुटन सी है अपनी सोच को जो है ना पॉजिटिव करें ताकि हम मुआशरे में अच्छे तरीके से रह सकें। मुआशरे में अच्छे तरीके से। अब ये कत्ल के मुल्ज़मान तो आपके पास गिरफ्तार हो चुके हैं, मज़ीद एविडेंस शवाहिद भी इकट्ठे हो चुके होंगे, इन्हें सज़ा दिलवाने के लिए मज़ीद आप क्या करेंगे? देखिए, कानून में इसका बाकायदा तौर पे जो प्रोविज़न है उसके मुताबिक हम इसको चालान करेंगे और पूरी जो एविडेंस के साथ इसको चालान करेंगे और इंशाल्लाह इनको ज़रूर कैफरे किरदार तक पहुँचाएंगे। बहुत शुक्रिया इफ्तिखार साहब, थैंक यू वेरी मच। नाज़रीन, जन, जर और जमीन की हवस आदमी को इंसान से हैवान बना देती है। इस केस में भी ऐसा ही हुआ कि जमीन के एक टुकड़े की खातिर एक शख्स को कत्ल कर दिया गया। लिहाजा इस आर्जी जमीन की खातिर अपनी आखिरत खराब ना करे, नहीं तो अंजाम इन मुल्जमान जैसा ही होगा। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह ने के बाद।